ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦੇ ਵਿਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਾਸਾ ਨੇ ਲਾਹੌਰ 'ਚ ਕਰੋੜਾਂ ਰੁਪਏ ਦੇ ਤਰੱਕੀਆਤੀ ਮਨਸੂਬੇ ਸ਼ੁਰੂ ਕਰ ਰੱਖੇ ਨੇ, ਬਲਕਿ ਕਈ ਮਨਸੂਬੇ ਮੁਕੰਮਲ ਹੋ ਕੇ ਫਾਲ ਵੀ ਹੋ ਚੁੱਕੇ ਨੇ। ਨਾਜ਼ਰੀਨ, ਸ਼ਦੀਦ ਤੂਫਾਨੀ ਬਾਰਿਸ਼ਾਂ ਦਾ ਮੌਸਮ ਹੋਵੇ ਤੇ ਜਾਂ ਫਿਰ ਨਾਰਮਲ ਮੌਸਮ, ਵਜ਼ੀਰ ਹਾਊਸਿੰਗ ਬਲਾਲ ਯਾਸੀਨ ਹੋਣ ਜਾਂ ਕਿ ਵਾइस ਚੇਅਰਮੈਨ ਵਾਸਾ ਸ਼ਬਾਸ ਚੌਧਰੀ ਤੇ ਜਾਂ ਫਿਰ MD ਵਾਸਾ ਗੁਫਰਾਨ ਅਹਿਮਦ, ਇਹ तमाम ਹੁਕਾਮੇ ਬਾਲਾ ਤੁਹਾਨੂੰ ਫੀਲਡ 'ਚ ਹਰ ਵੇਲੇ ਮੁਤਹਰਕ ਨਜ਼ਰ ਆਉਂਦੇ ਨੇ। पाकिस्तान की हिस्ट्री का भी ये सबसे बड़ा पैकेज है चीफ मिनिस्टर पंजाब मैडम मरीम नवाज साहबा ने दिया है। दूसरा जो आप पॉलिटिकल बात कर रहे हैं वो ऐसा नहीं है, फंड्स की एलोकेशन है वो ये सामने रख के नहीं कि इक्वली डिवाइड कर देने, जितना एरिया जहाँ पे मिसिंग है उसमें सिस्टम देना है। 10 स्टोरी टैंक 1 साल में ही उनको फंड्स दिए गए और वासा ने बहुत स्क्वीज टाइमलाइन में उनको फंक्शनल भी हमने किया। वासा वालों को मैसेज अवामुन्नास वास्ते इस सेक्टर में जो सबसे ज़्यादा 2 चीज़ें पब्लिक अवेयरनेस की ज़रूरत है। एक देखिए पानी की डिमांड या पानी ज़रूरत है हर एक की, तो उसको ज़रूरत के मुताबिक इस्तेमाल करना चाहिए, पानी को ज़ाया नहीं करना चाहिए, जो कि हमारे यहाँ बड़ा एक ट्रेंड है पानी ज़ाया करने का। उसको सेव करें अपने लिए और अपने आने वाली नस्लों के लिए। अस्सलाम वालेकुम, ਤੁਸੀਂ ਵੇਖ ਰਹੇ ਹੋ ਮਾਂ ਬੋਲੀ ਪੰਜਾਬੀ ਦਾ ਤਰਜਮਾਨ ਸਨ ਨਿਊਜ਼ ਪ੍ਰੋਗਰਾਮ ਸਾਹਿਬ ਬਹਾਦਰ ਚ ਸੰਗੀਆਂ ਨੂੰ ਤੇ ਮਿੱਤਰਾਂ ਨੂੰ ਜੀ ਆਇਆਂ ਨੂੰ। ਮੈਂ ਤੁਹਾਡਾ ਹੋਸਟ ਆਏ ਨਦੀਮ ਖਾਨ। ਨਾਜ਼ਰੀਨ, ਅੱਲਾਹ ਤਬਾਰਕ व तआला ਦੀ ਜ਼ਾਤ ਨੇ ਪਾਣੀ ਇੱਕ ਐਸੀ ਨਿਮਤ ਬਣਾਈ ਹੈ ਕਿ ਜਿੰਦੇ ਬਗੈਰ ਜ਼ਿੰਦਗੀ ਤੇ ਜ਼ਿੰਦਗੀ ਨਾਲ ਮੁਨਸਲਿਕ ਕੋਈ ਵੀ ਕੰਮ ਮੁਮਕਿਨ ਨਹੀਂ। ਪਾਣੀ ਨਾ ਹੋਵੇ ਤੇ ਇਨਸਾਨ ਬੇਬਸ ਹੁੰਦਾ ਹੈ ਤੇ ਜੇ ਪਾਣੀ ਹੱਦ ਤੋਂ ਜ਼ਿਆਦਾ ਹੋਵੇ ਤੇ ਫਿਰ ਵੀ ਇਨਸਾਨ ਬੇਬਸ ਹੋ ਕੇ ਰਹਿ ਜਾਂਦਾ ਹੈ। ਲਿਹਾਜ਼ਾ ਪਾਣੀ ਦੀ ਆਮਦ ਤੇ ਜਾਮਦ ਦਾ ਤਸਲਸਲ ਹੀ ਹਰ ਮਾਮਲੇ 'ਚ ਇੰਤਹਾਈ ਅਹਿਮੀਅਤ ਦਾ ਹਾਮਿਲ ਹੁੰਦਾ ਹੈ। ਕਿਸੇ ਵੀ ਸ਼ਹਿਰ ਜਾਂ ਸੁਸਾਇਟੀ ਦੀ ਤਰੱਕੀ 'ਚ 2 ਬੁਨਿਆਦੀ ਅਹਿਮ ਚੀਜ਼ਾਂ ਦਾ ਅਮਲ ਦਖਲ ਹੁੰਦਾ ਹੈ। ਨੰਬਰ 1 ਬਿਲਾ ਤਾਅਤੁਲ ਪਾਣੀ ਦੀ ਤਰਸੀਲ ਤੇ ਨੰਬਰ 2 ਬਰ ਵਕਤ ਪਾਣੀ ਦਾ ਨਿਕਾਸ। ਮਤਲਬ ਕਿਸੇ ਵੀ ਸ਼ਹਿਰ ਜਾਂ ਸੁਸਾਇਟੀ 'ਚ ਕਿਸੇ ਵੀ ਪ੍ਰੋਜੈਕਟ ਦਾ ਇਬਤਦਾ ਕਰਨ ਲਈ ਪਾਣੀ ਦੀ ਫਰਾਹਮੀ ਹਰ ਸੂਰਤ ਨਾਗੁਜ਼ੀਰ ਹੁੰਦੀ ਹੈ, ਜਦਕਿ ਦੂਜੇ ਪਾਸੇ ਸੀਵਰੇਜ ਜਾਂ ਬਾਰਸ਼ੀ ਪਾਣੀ ਦਾ ਬਰ ਵਕਤ ਨਿਕਾਸ। ਇਹਨਾਂ ਦੋਵਾਂ ਕੰਮਾਂ 'ਚ ਤਸਲਸਲ ਹੀ ਮੁਆਸ਼ਰੇ ਦੀ ਤਰੱਕੀ ਦਾ ਤਸਲਸਲ ਬਰਕਰਾਰ ਰੱਖਦਾ ਹੈ ਤੇ ਕਰੋੜਾਂ ਦੀ ਆਬਾਦੀ ਦਾ ਗੁੰਜਾਨ ਆਬਾਦ ਸ਼ਹਿਰ ਲਾਹੌਰ 'ਚ ਇਹਨਾਂ ਦੋਵਾਂ ਕੰਮਾਂ ਦੀ ਜ਼ਿੰਮੇਵਾਰੀ ਵਾਟਰ ਐਂਡ ਸੈਨੀਟੇਸ਼ਨ ਏਜੰਸੀ ਲਾਹੌਰ ਮਤਲਬ ਵਾਸਾ ਡਿਪਾਰਟਮੈਂਟ ਦੀ ਹੈ। ਵਾਸਾ ਪਿਛਲੀ ਕਈ ਦਹਾਈਆਂ ਤੋਂ ਆਪਣੀ ਜ਼ਿੰਮੇਵਾਰੀਆਂ ਨਿਭਾ ਰਿਹਾ ਹੈ, ਲੇਕਿਨ ਗੁਜ਼ਸ਼ਤਾ ਚੰਦ ਸਾਲਾਂ ਤੋਂ ਵਾਸਾ ਕਾਫੀ ਮੁਤਹਰਕ ਵੀ ਨਜ਼ਰ ਆ ਰਿਹਾ ਹੈ। ਖਾਸ ਤੌਰ ਤੇ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦੇ ਵਿਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਾਸਾ ਨੇ ਲਾਹੌਰ 'ਚ ਕਰੋੜਾਂ ਰੁਪਏ ਦੇ ਤਰੱਕੀਆਤੀ ਮਨਸੂਬੇ ਸ਼ੁਰੂ ਕਰ ਰੱਖੇ ਨੇ, ਬਲਕਿ ਕਈ ਮਨਸੂਬੇ ਮੁਕੰਮਲ ਹੋ ਕੇ ਫਾਲ ਵੀ ਹੋ ਚੁੱਕੇ ਨੇ। ਨਾਜ਼ਰੀਨ, ਸ਼ਦੀਦ ਤੂਫਾਨੀ ਬਾਰਿਸ਼ਾਂ ਦਾ ਮੌਸਮ ਹੋਵੇ ਤੇ ਜਾਂ ਫਿਰ ਨਾਰਮਲ ਮੌਸਮ, ਵਜ਼ੀਰ ਹਾਊਸਿੰਗ ਬਲਾਲ ਯਾਸੀਨ ਹੋਣ ਜਾਂ ਕਿ ਵਾइस ਚੇਅਰਮੈਨ ਵਾਸਾ ਸ਼ਬਾਸ ਚੌਧਰੀ ਤੇ ਜਾਂ ਫਿਰ MD ਵਾਸਾ ਗੁਫਰਾਨ ਅਹਿਮਦ, ਇਹ तमाम ਹੁਕਾਮੇ ਬਾਲਾ ਤੁਹਾਨੂੰ ਫੀਲਡ 'ਚ ਹਰ ਵੇਲੇ ਮੁਤਹਰਕ ਨਜ਼ਰ ਆਉਂਦੇ ਨੇ। ਉਹ ਇਸ ਲਈ ਕਿ ਮਹਿਕਮੇ ਦੇ ਅਮਲੇ ਦੀ ਵਜ੍ਹਾ ਨਾਲ ਅਵਾਮ-ਉਨ-ਨਾਸ ਨੂੰ ਕਿਸੇ ਵੀ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੌਜੂਦਾ ਹੁਕੂਮਤ ਨੇ ਸਾਲਾਨਾ ਬਜਟ 2025-26 ਲਾਹੌਰ 'ਚ ਤਰੱਕੀਆਤੀ ਮਨਸੂਬਿਆਂ ਲਈ LWMC ਤੇ ਜ਼ਿਲ੍ਹੀ ਹਕੂਮਤ ਸਮੇਤ ਵਾਸਾ ਨੂੰ 137 ਅਰਬ ਰੁਪਏ ਦਾ ਬਜਟ ਦਿੱਤਾ ਹੈ, ਜਿੰਦੇ 'ਚੋਂ 78 ਅਰਬ ਰੁਪਏ ਵਾਸਾ ਨੂੰ ਦਿੱਤੇ ਗਏ ਨੇ ਤੇ ਵਾਸਾ ਨੇ ਤਰੱਕੀਆਤੀ ਮਨਸੂਬਿਆਂ ਦੇ 2 ਫੇਜ਼ ਬਣਾਏ ਤੇ ਜਿੰਦੇ 'ਚ ਪਹਿਲਾ ਫੇਜ਼ ਤਕਰੀਬਨ 90% ਮੁਕੰਮਲ ਕਰ ਲਿੱਤਾ ਗਿਆ ਹੈ, ਜਦਕਿ ਦੂਜਾ ਫੇਜ਼ ਮੂਨਸੂਨ ਸੀਜ਼ਨ ਤੋਂ ਫੌਰਨ ਬਾਅਦ ਸ਼ੁਰੂ ਕਰ ਦਿੱਤਾ ਜਾਏਗਾ। ਨਾਜ਼ਰੀਨ, ਅਸਲੀ ਤੇ ਨਸਲੀ ਸਾਹਿਬ ਬਹਾਦਰ ਉਹ ਹੁੰਦਾ ਹੈ ਕਿ ਜਿਹੜਾ ਅਵਾਮੀ ਖਿਦਮਤ ਦੇ ਜਜ਼ਬੇ ਨਾਲ ਸਰਸ਼ਾਰ ਹੋਵੇ, ਭਾਵੇਂ ਉਹ ਕਿਸੇ ਸਰਕਾਰੀ ਜਾਂ ਅਵਾਮੀ ਅਹੁਦੇ ਤੇ ਫਾਇਜ਼ ਹੋਵੇ। ਆਪਣੇ ਕਿਰਦਾਰ ਤੇ ਆਪਣੇ ਇਖਲਾਕ ਨਾਲ ਲੋਕਾਂ ਦੇ ਦਿਲਾਂ 'ਚ ਘਰ ਕਰਨ ਵਾਲਾ ਹੀ ਅਸਲ 'ਚ ਸੁੱਚਾ ਤੇ ਖਰਾ ਸਾਹਿਬ ਬਹਾਦਰ ਹੁੰਦਾ ਹੈ। ਅੱਜ ਦੇ ਪ੍ਰੋਗਰਾਮ 'ਚ ਅਸੀਂ ਜਿਸ ਸਾਹਿਬ ਬਹਾਦਰ ਨੂੰ ਖਰਾਜ ਤਹਿਸੀਨ ਪੇਸ਼ ਕਰਾਂਗੇ, ਉਹਨਾਂ ਨੇ ਬਹੁਤ ਹੀ ਘੱਟ ਅਰਸੇ 'ਚ ਆਪਣੇ ਕਿਰਦਾਰ ਤੇ ਅਣਥੱਕ ਮਿਹਨਤ ਨਾਲ ਨਾ ਸਿਰਫ ਆਪਣੇ ਮਹਿਕਮੇ ਦੀ ਇੱਜ਼ਤ ਔਰ ਕ੍ਰੈਡੀਬਿਲਿਟੀ 'ਚ ਇਜ਼ਾਫਾ ਕੀਤਾ, ਬਲਕਿ ਹਕੂਮਤੀ ਪਾਲਿਸੀ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਅਵਾਮ-ਉਨ-ਨਾਸ ਨੂੰ ਬੇਸ਼ੁਮਾਰ ਸਹੂਲਤਾਂ ਦੇਣ ਦੇ ਨਾਲ ਅਵਾਬੀ ਮੁਸ਼ਕਲਾਤ 'ਚ ਵਾਜ਼ੇ ਕਮੀ ਕੀਤੀ। ਤੁਸੀਂ ਯਕੀਨਨ ਸਮਝ ਗਏ ਹੋਵੋਗੇ ਕਿ ਮੈਂ ਜ਼ਿਕਰ ਕਰ ਰਿਹਾ ਹਾਂ MD ਵਾਸਾ ਗੁਫਰਾਨ ਅਹਿਮਦ ਸਾਹਿਬ ਦਾ, ਜਿਹੜੇ ਕਿ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦੇ ਵਿਜ਼ਨ ਦੀ ਤਕਮੀਲ ਲਈ ਦਿਨ ਰਾਤ ਕੋਸ਼ਾਂ ਨੇ। ਸਨ ਨਿਊਜ਼ ਵੱਲੋਂ MD ਵਾਸਾ ਗੁਫਰਾਨ ਅਹਿਮਦ ਸਾਹਿਬ ਦਾ ਖਸੂਸੀ ਇੰਟਰਵਿਊ ਕੀਤਾ ਗਿਆ ਤੇ ਆਓ ਪਹਿਲੇ
ਉਹ ਵੇਖਦੇ ਹਾਂ। ਕੋਈ ਵੀ ਸ਼ਹਿਰ ਹੋਵੇ ਜਿੰਦੇ 'ਚ ਦੋ ਜਿਹੜੇ ਮੇਨ ਅਹਿਮ ਮਸਲੇ ਹੁੰਦੇ ਨੇ, ਇੱਕ ਤੇ ਹੁੰਦਾ ਸੀਵਰੇਜ ਦਾ ਔਰ ਦੂਸਰਾ ਹੁੰਦਾ ਹੈ ਸਾਫ਼ ਪਾਣੀ ਦੀ ਤਰਸੀਲ ਦਾ, ਵਾਟਰ ਸਪਲਾਈ ਦਾ। ਇਹ ਦੋਵੇਂ ਕੰਮ ਜਿਹੜੇ ਨੇ ਵਾਸਾ ਡਿਪਾਰਟਮੈਂਟ ਕਰਦਾ ਹੈ। ਔਰ ਲਾਹੌਰ ਦੇ ਵਿੱਚ ਜਿਹੜਾ ਵਾਸਾ ਡਿਪਾਰਟਮੈਂਟ ਹੈ, ਜਦੋਂ ਦੀ ਗਵਰਨਮੈਂਟ ਆਈ ਹੈ ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦੀ, ਉਦੋਂ ਤੋਂ ਲੈ ਕੇ ਹੁਣ ਤੱਕ ਅਗਰ ਦੇਖਿਆ ਜਾਵੇ ਤੇ ਇਸ ਹਵਾਲੇ ਨਾਲ ਬੜੀ ਡਿਵੈਲਪਮੈਂਟ ਕੀਤੀ ਜਾ ਰਹੀ ਹੈ। ਲਾਸਟ ਟਾਈਮ ਗਵਰਨਮੈਂਟ ਪੰਜਾਬ ਨੇ ਜਿਹੜੀ ਸੀਐਮ ਸਾਹਿਬਾ ਦੀ ਗਵਰਨਮੈਂਟ ਪੰਜਾਬ ਹੈ, ਉਹਨਾਂ ਨੇ ਵਾਸਾ ਨੂੰ ਔਰ ਲਾਹੌਰ ਦੀ ਡਿਵੈਲਪਮੈਂਟ ਵਾਸਤੇ 137 ਅਰਬ ਰੁਪਏ ਦਿੱਤੇ ਨੇ, ਜਿੰਦੇ 'ਚ ਸਿਰਫ ਔਰ ਸਿਰਫ ਤੁਸੀਂ ਉਹਦੀ ਸਫਾਈ ਦਾ ਕੰਮ ਕਰਨਾ ਹੈ, ਵਾਟਰ ਸਪਲਾਈ ਦਾ ਕੰਮ ਕਰਨਾ ਹੈ ਤੇ ਸੀਵਰੇਜ ਦਾ ਜਿਹੜਾ ਨਿਜ਼ਾਮ ਹੈ ਉਹਨੂੰ ਠੀਕ ਕਰਨਾ ਹੈ, ਜਿੰਦੇ 'ਚੋਂ 78 ਅਰਬ ਰੁਪਇਆ ਜਿਹੜਾ ਵਾਸਾ ਨੂੰ ਦਿੱਤਾ ਗਿਆ ਹੈ। ਔਰ ਵਾਸਾ ਨੇ 2 ਫੇਜ਼ ਦੇ ਵਿੱਚ ਕੰਮ ਸਟਾਰਟ ਕੀਤਾ ਹੈ, ਫੇਜ਼ 1 ਔਰ ਫੇਜ਼ 2। ਫੇਜ਼ 1 ਜਿਹੜਾ ਕੰਪਲੀਟ ਹੋ ਚੁੱਕਿਆ ਹੈ ਔਰ ਫੇਜ਼ 1 'ਚ ਕੀ ਕੰਮ ਕੀਤਾ ਗਿਆ, ਕਿਸ ਤਰ੍ਹਾਂ ਕੀਤਾ ਕੰਮ ਗਿਆ, ਔਰ ਫੇਜ਼ 2 'ਚ ਕਦੋਂ ਸਟਾਰਟ ਹੋਏਗਾ, ਕੀ ਕੰਮ ਕੀਤਾ ਜਾਏਗਾ, ਇਹ ਸਾਰੇ ਸਵਾਲਾਂ ਦਾ ਜਵਾਬ ਅਸੀਂ ਲਵਾਂਗੇ ਐਮਡੀ ਵਾਸਾ ਸਾਹਿਬ ਕੋਲ। ਔਰ ਅਸੀਂ ਇਸ ਵਕਤ ਮੌਜੂਦ ਹੈ ਐਮਡੀ ਵਾਸਾ ਸਾਹਿਬ ਦੇ ਨਾਲ, ਔਰ ਸਾਡੇ ਨਾਲ ਮੌਜੂਦ ਨੇ ਗੁਫਰਾਨ ਅਹਿਮਦ ਸਾਹਿਬ। अस्सलाम वालेकुम सर, ਕੀ ਹਾਲ ਚਾਲ ਹੈ? क्या हाल है जी? जी अलहमदुलिल्लाह। ਦੱਸੋ ਕਿ ਗਵਰਨਮੈਂਟ ਪੰਜਾਬ ਨੇ ਜਿਹੜਾ ਬਜਟ ਐਲੋਕੇਟ ਕੀਤਾ ਹੈ, ਉਸ ਬਜਟ ਤੇ ਤੁਸੀਂ ਮੁਤਮਿਨ ਜ਼ਾਤੀ ਹਸੀਅਤ ਨਾਲ ਕਿ ਬਜਟ ਠੀਕ ਹੈ, ਲਾਹੌਰ ਦੀ ਜਿੰਨੀ ਆਬਾਦੀ ਇਸ ਟਾਈਮ ਵੱਧ ਚੁੱਕੀ है, ਕੀ कहना ਚਾਹੋਗੇ? देखें, ये बजट जो है अगर पिछली हिस्ट्री उठा लें, मेरा ख्याल है पाकिस्तान की हिस्ट्री में ये पहली गवर्नमेंट है जिसने इतना बड़ा बजट इस सेक्टर में दिया है, वाटर सप्लाई और सीवरेज। ये एक ऐसा सेक्टर है कि जो कि सबसे प्रायोरिटी वाला सेक्टर होना चाहिए। सीवरेज अगर आपके प्रॉपर नहीं है तो आप तो वहाँ पर रह भी नहीं सकते। गलियों में फ्लडेड होगा, गंदा पानी होगा, अगर पानी जो सप्लाई है वो ठीक होना चाहिए। ये तो बेसिक नीड्स हैं, इसके बगैर तो आपको पता वाटर के बगैर कोई लाइफ नहीं। वाटर क्या है कि आपने पहले सप्लाई देनी है साफ पानी, फिर उसका वेस्ट जो जनरेट होता है उसको डिस्पोज। अगर ये सेफली डिस्पोज ऑफ होते हैं तो कहीं रहा जा सकता है। वही सोसाइटी आप देखें, वही एरिया आपको जो पोश एरिया जैसे हम कहते हैं, वहाँ पर सीवरेज सिस्टम या वाटर सप्लाई सिस्टम बेहतर होता है तो फिर वो पोश एरिया बनता है। उसके अलावा तो आप बड़े बड़े बंगले भी बना लें, अगर गलियों में पानी खड़ा तो वो तो ठीक नहीं है। तो ये मेरा ख्याल वासा की हिस्ट्री का भी और शायद पाकिस्तान की हिस्ट्री का भी, बल्कि पाकिस्तान की हिस्ट्री का भी ये सबसे बड़ा पैकेज है चीफ मिनिस्टर पंजाब मैडम मरीम नवाज शरीफ साहब ने दिया है। क्योंकि ये इस पास्ट में देखें तो इग्नोर्ड सेक्टर रहा है, अभी सबसे इम्पॉर्टेंट सेक्टर यही है। तो उन्होंने फोकस किया इसको और लाहौर में लाहौर डेवलपमेंट प्रोग्राम के नाम पे 137 अरब का पैकेज दिया, जिसमें 59 बिलियन जो है वो कर रहे हैं MCL वाले और बाकी 78 बिलियन का जो है वो वासा का। एक्चुअली वो वासा का एरिया नहीं था, उसमें वो एरियाज शामिल हैं। यहाँ उन एरियाज में इन्वेस्टमेंट हो रही है जहाँ पे सीवरेज वाटर सप्लाई सिस्टम एग्जिस्ट नहीं करता था ही नहीं। अब लाहौर के पेरिफेरी एरियाज जितने भी हैं था ही नहीं। अगर था तो वो डिफरेंट एजेंसीज ने वो टेम्परेरी अरेंजमेंट्स किए हुए थे और किसी ओपन प्लॉट्स में पानी स्टिल एग्जिस्ट कर रहे हैं क्योंकि अभी वो काम मुकम्मल नहीं हुआ। लेकिन ये 78 बिलियन का जो है 9 जोन जो MCL के उनके जितने भी वासा के नॉन वासा एरियाज थे, MCL जो वहाँ पे रिस्पॉन्सिबिलिटी थी सिस्टम को ऑपरेट मेंटेन करना, तो उन एरियाज में ये पैकेज दिया गया। और वहाँ पे उसको 2 फेजेस में डिवाइड हुआ। फेज़ 1 में 6 जोन्स को और फेज़ 2 में 3 जोन्स रखा गया। तो फेज़ 1 में जो रावी जोन है और इस तरह फिर गंजबख्श जोन है, समनाबा जोन है, गुलबर्ग है, निश्तर जोन है और शालीमार जोन, ये फेज़ 1 में। और जो फेज़ 2 है उसमें वागा जोन और अजीज़ भट्टी जोन, इलामा इकबाल जोन। तो इस तरह 9 जोन्स को जो डिवाइड 2 फेजेस में किया गया। तो जो फेज़ 1 का है वो वर्क जो है स्टार्टेड हैं, प्रोग्रेस है। इसमें वासा का कंपोनेंट जो है जहाँ पे वाटर सप्लाई सीवर हमने ले करना तो वो 90% प्लस इस वक्त हो चुका हुआ। और सबसे अच्छी बात ये कि जितना भी हमने सीवरेज सिस्टम लगाया है वो सारे का सारा ऑपरेटिव है। तो 300 किलोमीटर प्लस हमने लाइन्स सीवरेज की लगाई हैं और डिस्पोजल ने पंप मशीनरी इंस्टॉल करके हमने उनको फंक्शनल किया। और आप देखेंगे कि लाहौर के पेरिफेरी एरिया में भी इस मानसून में, बल्कि मानसून के अलावा उन गलियों में पानी खड़ा रहता था, वो डिस्पोजल अरेंजमेंट्स नहीं थे। तो जहाँ जहाँ भी हमारा सिस्टम लग गया तो वो मानसून में भी उधर बेहतरीन ड्राई रही गलियाँ,
अगर पानी आया भी थोड़ी देर के लिए सिस्टम ले गया पानी और किसी किस्म की कोई बॉन्डिंग नहीं। आज भी वो गलियाँ ड्राई हैं जो कि ड्राई सीजन में भी फ्लडेड होती थी। तो अब वो प्रॉपर सिस्टम है। जो 10% रह गया वो भी मानसून की वजह से, आपको पता है कि मानसून इस दफ़ा बड़ा अनप्रेसिडेंटेड जी। 26 जून से ऑनवर्ड जुलाई का पूरा महीना ही डेली बारिश हुई है। अब अगस्त में भी ऐसी स्पेल्स हैं, लेकिन देखें वो जैसे ही मानसून एंड होता है उसके 20-25 दिन बाद हम ऑलमोस्ट जो फेज़ 1 है हमारा वो 100% वासा की हद तक होगा। ਇਸ ਵਾਰ ਸਰ ਤੁਸੀਂ ਤਕਰੀਬਨ ਇਨਫੋਰਮੇਸ਼ਨ ਦੇ ਮੁਤਾਬਕ ਕਿ ਤੁਸੀਂ 41 ਅਰਬ ਰੁਪਏ ਦਾ ਕੰਮ ਕਰ ਚੁੱਕੇ ਹੋ। ਅੱਛਾ ਸਰ, ਇਹ ਤੁਸੀਂ ਸਾਡੇ ਨਾਜ਼ਰੀਨ ਵਾਸਤੇ ਦੱਸੋ ਕਿ ਜਿਹੜਾ ਤੁਸੀਂ 41 ਅਰਬ ਰੁਪਏ, ਇੱਕ ਤੇ ਦੱਸੋ ਕਿ ਕਿੰਨੇ ਜ਼ੋਨ 'ਚ ਕੰਮ ਹੋਇਆ, ਔਰ ਸੈਕੰਡਲੀ क्या कोई पॉलिटिकल माइलेज लेने वास्ते काम तो नहीं हो रहा? नहीं, देखिए वो जोन्स का तो मैं आपको पहले बता दिया कि 6 जोन्स में काम हुआ, जिसमें रावी जोन है, गंजबख्श जोन है, समनाबाद जोन, गुलबर्ग, शालीमार और निश्तर जोन वो है। दूसरा जो आप पॉलिटिकल बात कर रहे हैं वो ऐसा नहीं है, ये सारा नीड बेस, ठीक है क्या। जैसे मैं कहा कि जिन एरियाज में सीवरेज वर्ड्स प्ले सिस्टम एग्जिस्ट ही नहीं कर रहा था ही नहीं। शादरा का, फरखाबाद के पेरिफेरी एरियाज देखें तो बहुत बुरे हालात थे। इस तरफ गंजबख्श जोन के बंद अक्रॉस बंद देखें, जमनाबाद जोन के अक्रॉस बंद, और निश्तर जोन के इधर क्योंकि अमर सिंधु से ऑनवर्ड वो सिस्टम ही नहीं था। तो ये एरियाज आ गए। अब जो वागा में आ रहे हैं, वागा में BRB से रिंग रोड से BRB तक का जो एरिया है उसमें कोई सिस्टम नहीं है। अजीज भट्टी जोन के भी ऐसे ही हैं, वो अर्बनस्परा रोड है, जोड़े पुल है, कोई सिस्टम नहीं एग्जिस्ट करता। तो वो एरियाज को फोकस किया गया। वो अब किसी जोन में अगर ज़्यादा एरिया था, ज़्यादा आबादी थी जहाँ पे सिस्टम नहीं था, तो वो अकॉर्डिंगली कास्ट डेफिनेटली उधर ज़्यादा होगी। लेकिन ये नहीं है कि पॉलिटिकली या कोई इक्वली डिवाइड नहीं, ये नीड बेस, और जिस एरिया में जितनी नीड है, रिक्वायरमेंट है, अकॉर्डिंगली उसको ਜਿਸ ਇਲਾਕੇ ਜਿੰਨੀ ਜ਼ਰੂਰਤ ਹੈ ਤੁਸੀਂ ਉਹਦੇ ਮੁਤਾਬਕ ਕੰਮ ਕਰ ਰਹੇ ਹੋ ਕਿ ਪੋਲੀਟੀਕਲ ਮਾਈਲੇਜ ਵਾਸਤੇ ਸਿਰਫ ਕੰਮ ਨਹੀਂ ਕੀਤਾ ਜਾ ਰਿਹਾ। पॉलिटिकल माइलेज तो डेफिनेटली मिलेगी कि जब एक गवर्नमेंट ने इन एरियाज़ को फोकस किया है जो निगलेक्टेड थे या जहाँ पे सीवरेज सिस्टम या वाटर सप्लाई सिस्टम था ही नहीं, वो सिस्टम दे रहे हैं, और उसके बाद हर गली जो कच्ची है या सब्सटेंशियल डैमेज है वो सारी की सारी टफ टाइल्स होंगी, वो तो माइलेज अपनी जगह पे मिलना। लेकिन जो फंड्स की एलोकेशन है वो ये सामने रख के नहीं कि इक्वली डिवाइड कर देने, जितना एरिया जहाँ पे मिसिंग है उसमें सिस्टम देना है। जो उसकी ਜਿਹੜਾ ਸਾਡਾ ਹੁਣ ਪਹਿਲਾ ਫੇਜ਼ ਤਕਰੀਬਨ ਤੁਸੀਂ ਕਹਿੰਦੇ ਹੋ 90% ਸਾਡਾ ਜਿਹੜਾ ਪਹਿਲੇ ਫੇਜ਼ ਦਾ ਕੰਮ ਕੰਪਲੀਟ ਹੋ ਗਿਆ ਤੇ ਇਹਦੀ ਸਾਡੀ ਡੈਡਲਾਈਨ ਸੀ 30 ਜੂਨ ਆਖਰੀ। ਅੱਛਾ ਸਰ, ਇਹਦੇ 'ਚ ਕੋਈ ਫਰਕ ਪਏਗਾ? नहीं, देखें उसमें अब 30 जून तक भी हमारा 90% काम मुकम्मल हो गया होगा। एक्चुअली जब कोई भी स्कीम शुरू होती है तो इनिशियली पहले साल में बहुत सारी फॉर्मेलिटीज़ होती हैं, PC1s बनने हैं, अप्रूवल होना है, और उसके बाद टेंडरिंग प्रोसेस ये काफ़ी टाइम लग जाता है, और फिर उसके बाद इनॉग्रेशंस लेवल पे ये वो सारा, तो एक स्ट्रीमलाइन काम होते हुए टाइम लगता है। वो 5-6 माह तो इस तरह गुजर जाते हैं। लेकिन उसके बाद जब काम शुरू हुए हैं तो अब देखें, एक्चुअली देखा जाए तो काम फरवरी से शुरू हुए थे, ठीक, और उसमें ईद उल फितर भी थी और ईद उल अज़हा भी है, मुहर्रम उल हराम भी है, रमज़ान भी था, गर्मी भी बड़ी शदीद थी। लेकिन उसके बावजूद जो 4 माह के टाइम मिला उसमें 90% प्लस है, तो बहुत बड़ी, मैं कह रहा हूँ ये हिस्ट्री है कि इतने शार्ट टाइम है 300 किलोमीटर सीवर ना कभी लगा ना फ्यूचर में शायद लगे। ਅਗਲੇ ਜਿਹੜਾ ਫੇਜ਼ ਤੁਸੀਂ ਸੈਕੰਡ ਫੇਜ਼ ਸ਼ੁਰੂ ਕਰੋਗੇ, ਇੱਕ ਤੇ ਦੱਸੋ ਕਿ ਉਹਦੇ ਤੇ ਤੁਸੀਂ ਲਾ ਰਹੇ ਹੋ ਤਕਰੀਬਨ 37 ਅਰਬ ਰੁਪਈਆ, ਤੇ ਉਹਦੇ 'ਚ ਕਿਹੜਾ ਕਿਹੜਾ ਜ਼ੋਨ ਆ ਰਿਹਾ, ਔਰ ਸੈਕੰਡ ਦੱਸੋ ਕਿ ਉਹ ਤੁਹਾਡਾ ਸ਼ੁਰੂਆਤ ਜਿਹੜੀ ਕਰਨੀ ਸੀ ਉਹ ਤੁਸੀਂ ਕਰਨੀ ਸੀ 1 ਜੁਲਾਈ ਨੂੰ, ਤੇ ਤਕਰੀਬਨ ਹੁਣ ਤੇ ਅਸੀਂ ਅਗਸਤ 'ਚ ਐਂਟਰ ਹੋ ਗਏ ਹਾਂ, ਤੇ ਇਹਦੇ ਨਾਲ ਤੁਸੀਂ ਦੱਸੋ ਕਿ ਲੇਟਸ 'ਚ ਕੋਈ ਫਰਕ ਪਏਗਾ, ਔਰ ਤੁਸੀਂ ਗੱਲ ਹੈ ਕਿ ਤੁਹਾਡਾ ਕੀ ਇਰਾਦਾ ਹੈ ਕਿ ਤੁਸੀਂ ਇਹ ਜਿਹੜਾ ਅਗਲਾ ਫੇਜ਼ ਹੈ ਉਹ ਕਿੰਨੀ ਦੇਰ ਤੱਕ ਮੁਕੰਮਲ ਕਰ ਲਓ? देखें, जोन 2 में फेज़ 2 में 3 जोन है। इसमें मैं बताया था कि वागा जोन है, अजीज भट्टी जोन, और तीसरा अल्लामा इकबाल जोन है। और इसमें 1 जुलाई का बिल्कुल 1 जुलाई से था, लेकिन हमने टेंडरिंग प्रोसेस और हर चीज़ कंप्लीट कर चुके हैं, वर्क अवार्ड हो गए हैं। लेकिन जैसे मैं पहले कहा कि बारिशों में खुदाई आप नहीं कर सकते, ठीक। और ये सीवरेज सिस्टम में इशू ये होता है कि जब आप खुदाई करें, बेशक शैलो हो या डीप एक्सकेवेशन हो, आप खुदाई कर दें, बारिश आ जाती है, वो मड बन जाता है, कीचड़ बन जाता है, लोगों के लिए मसाइल भी बहुत ज़्यादा हो जाते हैं, और वो उसको ड्राई करने के लिए 4-5 दिन मिनिमम चाहिए होते हैं ताकि वो कीचड़ ड्राई हो, फिर आप काम कर सकें। इधर इधर में नेक्स्ट, बल्कि पूरा आप 26 जून से ऑनवर्ड देखें तो शायद ही कोई दिन मिस हुआ हो कि बारिश ना हुई हो।
डेली बेसिस पे बारिश हुई है, तो ये इस हालात में काम नहीं आप कर सकते। ये एक्सकवेशन का काम हो ही नहीं सकता और डेंजरस भी होता है, वो खुदा न खास्ता है कोई जानी नुकसान भी हो सकता है, प्रॉपर्टीज़ का नुकसान भी हो सकता है। तो वो आपने मद्देनज़र रख के हमेशा ही इन महीनों में देखा जाता है कि जी बारिशें हैं तो काम रोक के एक्सकवेशन वाला काम। तो जैसे बारिशों के स्पेल ख़त्म होंगे इंशाल्लाह अब फेज़ 2 पे ऑन बोर्ड हैं हम उनके। वो जैसे मैं कहा कि टेंडर प्रोसेस कंप्लीट हो चुका हुआ है, वर्क अवार्ड हो चुके हैं, कॉन्ट्रैक्टर ऑन बोर्ड हैं, पाइप्स की मैन्युफैक्चरिंग भी उन्होंने शुरू की हुई है क्योंकि पाइप्स की मैन्युफैक्चरिंग में बारिशों में इफेक्ट होती है। और जो कंक्रीट का वर्क होता है अगर बारिशें होती नहीं तो पाइप भी नहीं बन सकता। तो ये जैसे स्पेल खत्म होना हम ऑन ग्राउंड आपको नजर आएंगे और काम शुरू बड़ी फास्ट ट्रैक पे काम। नाज़रीन ਦੀ ਇਨਫੋਰਮੇਸ਼ਨ ਵਾਸਤੇ ਦੱਸੋ ਕਿ ਇਹ ਜਿਹੜੇ ਤੁਸੀਂ ਡਿਸਪੋਜ਼ੇਬਲ ਸਟੇਸ਼ਨ ਮੁxtਲਿਫ ਏਰੀਆਜ਼ 'ਚ ਬਣਾਏ। ਅੱਛਾ ਇੱਕ ਦੌਰ ਸੀ ਸਰ, ਮੈਂ ਚੁੱਕੀ ਗਵਰਨਮੈਂਟ ਮੁਸਲਿਮ ਲੀਗ ਦੀ ਇਸ ਵੇਲੇ ਮੈਂ 98 ਦੀ ਗੱਲ ਕਰਾਂਗਾ ਕਿ 98 ਜਦੋਂ ਆਪਣਾ ਸੀਐਮ ਸਾਹਿਬ ਸਨ ਜਿਹੜੇ ਸਾਡੇ ਵਜ਼ੀਰ ਆਜ਼ਮ ਪਾਕਿਸਤਾਨ ਜਨਾਬ ਸ਼ਹਿਬਾਜ਼ ਸ਼ਰੀਫ ਸਾਹਿਬ ਸਰ, ਉਦੋਂ ਲక్ష్ਮੀ ਚੌਕ ਦੀ ਖਾਸ ਤੌਰ 'ਤੇ ਗੱਲ ਕਰੀਏ ਤਾਂ ਲక్ష్ਮੀ ਚੌਕ 'ਚ ਮੈਂ ਖੁਦ ਜ਼ਾਤੀ ਇਸੇ ਤਰ੍ਹਾਂ 6 ਫੁੱਟ 7 ਫੁੱਟ ਪਾਣੀ ਖੜਾ ਦਿਖਿਆ। ਜਦ ਕਿ ਹੁਣ ਅਗਰ ਹੁਣ ਦੀ ਗੱਲ ਕਰੀਏ ਲਾਸਟ ਟਾਈਮ ਜਿਹੜੀ 200 ਮਿਲੀਮੀਟਰ ਬਾਰਿਸ਼ ਹੋਈ ਹੈ ਤੁਸੀਂ ਲਾਈਵ ਪ੍ਰੈਸ ਕਾਨਫਰੰਸ ਵੀ ਕੀਤੀ, ਉੱਥੇ ਪਾਣੀ ਜ਼ਰੂਰ ਖੜਾ ਹੋਇਆ ਲੇਕਿਨ ਉਹ ਪਾਣੀ ਐਨ ਚੁਟਕਿਆਂ 'ਚ ਜਿਹੜਾ ਹੈ ਉਹਦੇ ਪੌਣੇ 2 ਘੰਟੇ ਦੇ ਵਿੱਚ ਪਾਣੀ ਜਿਹੜਾ ਜੀ 3 ਦਿਨ ਪਾਣੀ ਖੜਨਾ ਸੀ। ਇੱਕ ਤਾਂ ਸਾਡੇ ਨਾਜ਼ਰੀਨ ਨੂੰ ਦੱਸੋ ਕਿ ਸਰ ਡਿਸਪੋਜ਼ੇਬਲ ਸਟੇਸ਼ਨ ਜਿਹੜਾ ਹੈ ਉਹਦੀ ਅਹਿਮੀਅਤ ਕੀ ਹੈ, ਔਰ ਸੈਕੰਡਲੀ ਜਿਹੜੇ ਲੋਕਾਂ ਵਾਸਤੇ ਅਵੇਅਰ ਵਾਸਤੇ ਤੁਸੀਂ ਇਹ ਦੱਸੋ ਕਿ ਇਹ ਕੀ ਕਰ ਰਹੇ ਹੋ ਕਿ ਜਿਹੜੇ ਲੋਕ ਜਿਹੜੇ ਸੀਵਰੇਜ ਪਾਈਪਾਂ ਦੇ ਵਿੱਚ ਲਾਈਨਾਂ ਦੇ ਵਿੱਚ ਨਾਲਿਆਂ ਦੇ ਵਿੱਚ ਗੰਦ ਸਿੱਟ ਦਿੰਦੇ ਨੇ ਉਹ ਰੁਕ ਜਾਂਦਾ ਹੈ, ਤੇ ਉਹਦੇ ਵਿੱਚ ਕੀ ਐਸਾ ਤੁਸੀਂ ਇਕਦਾਮਾਤ ਕੀਤੇ ਨੇ ਕਿ ਜਿਹੜੇ ਲੋਕਾਂ ਨੂੰ ਹਾਲੇ तक अवेयरनेस नहीं आई सर इस गल की कि यार उहदे च नहीं सिटना चाहिए पानी। देखिए आपने जो स्टॉर्म वाटर डिस्पोजल का कहा कि बड़ा इफेक्टिव सिस्टम बन गया है लक्ष्मी में, जैसे आपने भी ऑब्जर्व किया और बहुत इफेक्टिव सिस्टम है। अब सिर्फ लक्ष्मी का सिस्टम इफेक्टिव नहीं है बल्कि मैडम नवाज शरीफ साहबा ने इस साल हमें 10 स्टोरेज वाटर टैंक्स, बहुत बड़ा पहली दफ़ा इस मेरा ख्याल हिस्ट्री है ये भी कि 10 स्टोरेज टैंक एक साल में ही उनको फंड्स दिए गए और वासा ने बहुत स्क्वीज टाइमलाइन में उनको फंक्शनल भी हमने किया। और इस साल आप देखेंगे लक्ष्मी के अलावा आप कुपर रोड विजिट किया होगा 0.9 डे, इसी तरह आपका ये गार्डन टाउन में एक अली ब्लॉक है मेन बुलेवार्ड गार्डन टाउन 0.9 डे, और वारिस रोड, क्वींस रोड, ये भी वादत रोड पे चुंगिया मरसद के पास, या जी ब्लॉक जोहर टाउन, तो इस तरह ग्रीन पार्क रेलवे स्टेशन, तो ये 10 पॉइंट्स जहाँ पे हमने टैंक्स बनाए और उधर 0.9 वो अभी फाइनल तो हम नहीं कर सके लेकिन हमने बड़ी तेज़ी से उनको काम फंक्शनल करके रिलीफ प्रोवाइड कर दिया कि जी ये है। तो वो आप अब सिर्फ एक लक्ष्मी नहीं, आप पूरे लाहौर में देखें कि किस पॉइंट पे कज़ाफ़ी स्टेडियम था, कज़ाफ़ी स्टेडियम में 0.9 रही है, हमेशा वो एक फोकस रहा। तो यहाँ भी हुआ, तो ये 10 टैंक सॉरी 1 साल में मुकम्मल हुए और 1 साल में उनकी फंडिंग हुई, तो ये भी एक हिस्ट्री है। तो ये जो वज़ीर आला साहब हैं उन्होंने कहा ना कि ये इग्नोर्ड सेक्टर था सीवरेज वाटर्स बाय ड्रेनेज, जिसको उन्होंने फोकस किया और उसका इम्पैक्ट जो है आपको वाज़े है, क्लियर नज़र आ रहा है। ये मानसून में भी जी तो ये देखें मानसून में भी आपको नज़र आया जो सिटी के अंदर भी इन 10 टैंक्स की वजह से, और बल्कि पार्टी एक पुराना सीवर था वो भी इफेक्टिव नहीं था, वो भी सीवर रिप्लेस किया इसी साल हमने, और वो भी उधर बॉन्डिंग इवन 200 mm बारिश में भी पानी आया भी थोड़े से देर 10-15 मिनट के लिए थोड़े से एरिया में था, बाकी क्लियर साथ जो है रेन हुआ। नाबा रोड आपके देखें वो GPO और मैकलैगन रोड ये सारे 0.9 थे। तो देखिए वो पूरा सिटी को फोकस किया गया, अर्बन फ्लडिंग को भी फोकस किया गया, जहाँ पे डिप्राइव्ड एरियाज थे जहाँ पे सीवरेज सिस्टम नहीं था उनको भी फोकस किया गया, और वो भी अर्बन एरियाज में सॉरी जो पेरिफेरी एरियाज थे उनमें इस मानसून में वो इशू नहीं थे। चंद एक पॉकेट्स थी जहाँ पे अभी काम नहीं हो सका, वो भी इंशाल्लाह जैसे मानसून ख़त्म होगा फेज़ 1 में जो कुछ पॉकेट्स रह गई वो हम मुकम्मल कर देंगे, और फेज़ 2 का नेक्स्ट मानसून से पहले इंशाल्लाह मुकम्मल होगा। तो आपको लाहौर में कहीं भी ऐसी चीज़ नज़र नहीं आएगी कि जी। बाकी थोड़े से ये होता है कि जैसे लो लाइंग स्ट्रीट्स हो जाती हैं, जैसे रोड्स के लेवल अप हो गए हैं और एक रोड्स 5 फीट है, 6 फुट की ऊंची है, वो आबादी नीचे है, वो गली एक नीचे है, तो उधर पानी रश करता है, वो थोड़ा सा टाइम लेता है,
वो उधर हो जाती है, लेकिन सिस्टम अपने कैपेसिटी के मुताबिक काम कर रहा है, तो फौरी ਅਸੀਂ ਹੋ ਗਏ ਮੇਨ ਇਲਾਕੇ ਤੇ ਸਰ ਕੁਝ ਐਸੇ ਇਲਾਕੇ ਵੀ ਨੇ ਜਿੱਥੇ ਲਾਸਟ ਟਾਈਮ ਮੈਂ ਤੁਹਾਨੂੰ ਨੋਟ ਵੀ ਕਰਵਾਇਆ ਸੀ ਸ਼ਾਇਦ, ਜਿਵੇਂ ਰਹਿਮਾਨਪੁਰ ਹੈ ਜਾਂ ਹਰਬੰਸਪੁਰ ਹੈ ਜਾਂ ਮੁਗਲਪੁਰਾ ਸਾਈਡ ਤੇ ਕੁਝ ਐਸੇ ਨਸ਼ੇਬੀ ਇਲਾਕੇ ਨੇ ਸਰ ਜਿੱਥੇ 5-5 ਫੁੱਟ ਪਾਣੀ ਖੜਾ। ਇਹਨਾਂ ਇਲਾਕਿਆਂ ਦਾ ਕੀ ਸਰ ਹੱਲ ਹੈ ਤਾਂ ਕਿ ਲੋਕ ਉੱਥੇ ਅੱਛਾ ਲੋਕਾਂ ਨੂੰ ਅਵੇਅਰ ਵੀ ਇਹਦੇ 'ਚ ਸਿਰਫ ਮਹਿਕਮੇ ਦਾ ਕਸੂਰ ਨਹੀਂ ਸਮਝਦਾ, ਮੈਂ ਸਮਝਦਾ ਲੋਕਾਂ ਦਾ ਵੀ ਕਸੂਰ ਇਹਦੇ 'ਚ ਕਿ ਲੋਕ ਜਿਹੜੇ ਅਵੇਅਰਨੈਸ ਹੋਣ ਦੇ ਬਾਵਜੂਦ ਜਿਹੜਾ ਸ਼ੌਪਰਾਂ 'ਚ ਆਪਣਾ ਗੰਦ ਭਰਿਆ ਆਪਣਾ ਕੂੜਾ ਭਰਿਆ ਸਿੱਟ ਦਿੰਦੇ ਨੇ, वो कितने जाना है? अपने एरियाज के आप नाम ले रहे हैं, जैसे हरबंसपुरा का आपने कहा, वो मैं कहा कि फेज़ 2 में हमारा शामिल है। रहमानपुरा भी रहमानपुरा जो इधर इचरा का है, तो आप देखें कि इचरा का जो सीवरेज सिस्टम है, मेरा ख्याल है, मैं तो नहीं देखा जब से मैं आया हूँ, 60-70 ईयर्स पुराना इनएडिक्वेट है, छोटे साइजेस हैं। उसमें भी हम इस साल मैडम नवाज साहब की 2 स्कीम हमने उन्होंने ATP में दी थी और जो इन प्रोग्रेस हैं, लेकिन आप देखें कि इचरा या ये रहमानपुर एरिया बहुत कंजस्टेड एरिया है, वहाँ पे कोई हिम्मत भी नहीं कर रहा था कि इस सिस्टम को रिप्लेस कैसे करेंगे। हमने शुरुआत की है और 2 स्कीम्स हैं, बड़ी स्कीम्स हैं ATP की, मैडम नवाज साहब ने उनके फंड दिए हैं, ऑन गोइंग हैं, और हमने कुछ 50% के करीब वो काम उनके कर लिए हैं, 50% रहते हैं, बारिश का स्पेल ख़त्म होगा तो उसके बाद हम वो शुरू करेंगे, वो ATP में है, तो उसके बाद इचरे का भी कोई इशू नहीं रहेगा, रहमानपुरा का भी इशू नहीं रहेगा। और इस साल भी उन स्कीम्स का जितना पोर्शन हमने मुकम्मल कर लिया था, सुल्तानामा रोड पे आप देखेंगे 8-10 घंटे 12 घंटे पाउंडिंग होती थी। इस साल जितना पोर्शन मुकम्मल हुआ तो पाउंडिंग कोई नहीं थी, बाकी जो रह गया वो भी इफेक्टिव सिस्टम हो जाता है कि जब अगला सिस्टम इफेक्टिव होगा तो उधर 2-3 घंटों से ज़्यादा पाउंडिंग नहीं थी। वो इंशाल्लाह जो बैलेंस जो रिमेनिंग वर्क्स रहते हैं उन दोनों स्कीम्स में इचरा के, तो उससे आप देखेंगे कि नेक्स्ट मानसून में आप बहुत क्लियर वाज़ेह फर्क। अच्छा सर एक ਹੁਣ बड़ा अहम सवाल करने लगा सर, जौहर टाउन मॉडल टाउन लिंक रोड जौहर टाउन खयाबान फिरदौसी सर ਇੱਥੇ ਚੌਥੀ ਦਫਾ ਮੇਰੇ ਲਾਸਟ ਇਸ ਸਾਲ ਦੇ ਵਿੱਚ ਸਰ ਚੌਥੀ ਦਫਾ ਤੇ ਸ਼ਿਕਾਫ ਪੈ ਗਿਆ ਇੱਕੋ ਹੀ ਜਗ੍ਹਾ ਤੇ, ਮੁਖਤਲਿਫ ਜਗ੍ਹਾ ਸਪੇਸ ਥੋੜੀ ਜਿਹੀ ਪਿੱਛੇ ਕਰ ਲਵੋ, ਉਸ ਡਰੇਨ ਸਰ ਹਾਲ ਤੱਕ ਕਿਉਂ ਨਹੀਂ ਠੀਕ ਹੋਈ। ਇਸੇ ਤਰ੍ਹਾਂ ਲਿੰਕ ਰੋਡ ਲਾਸਟ ਟਾਈਮ ਬਾਰਿਸ਼ਾਂ ਹੋਈਆਂ ਨੇ ਉੱਥੇ ਵੀ ਸ਼ਿਕਾਫ ਪੈ ਗਿਆ, ਜਿਹੜਾ ਲਿੰਕ ਰੋਡ ਮਾਡਲ ਟਾਊਨ ਆ ਰਿਹਾ ਹੈ टाउनशिप ਵੱਲ, उस सारी की वजह है क्यों इस तरह के शिकाफ पै रहे हैं? देखिए ये सारे शिकाफ काफ़ी सालों से आप ऑब्जर्व कर रहे थे, लेकिन ये भी तो देखें कि उन एरियाज़ में जो खयाबान फिरदौसी है तो उसको भी ATP में मैडम नवाज साहबा ने जैसे कहा ना कि 10 टैंक्स दिए हैं, इस तरह डिफरेंट 26 लाइन्स थी जिनमें शिकाफ पड़ते थे, उनके भी फंड इसी साल दिए हैं। उसके अलावा जो नॉन वासा एरियाज थे उनके फंड इसी साल में दिए, तो ये एक बहुत बड़ा पैकेज था। और उसके अंदर आप देखेंगे खयाबान फिरदौसी पे भी काम हो रहा है, बहुत बड़ा सीवर लग रहा है, ठीक है। अब पहले 4 फुट का था, अब 6 फुट का सीवर लग रहा है, और आउटलेट सीवर था उसकी रिप्लेसमेंट का काम शुरू है, और ऑलमोस्ट 5000 के करीब फीट के करीब हम लगा चुके हैं। टोटल हमने 13,000 फुट लगाना है, लेकिन जो मुश्किल था, ज़्यादा डीप था, बड़ा सिस्टम था, वो हम ऑलमोस्ट मुकम्मल कर चुके हैं, बारिशों की वजह से वो भी रुका हुआ है। इस तरह जो मॉडल टाउन का भी आप नाम है, मॉडल टाउन में भी हमने सीवर लगा लिए, वो भी ऑलमोस्ट फाइनल स्टेजेस पे है। तो अब कोई भी ऐसा एरिया या कोई भी ऐसा जहाँ पे इश्यूज थे, जहाँ पे ग्राउंड फ्लेयर्स भी हो रहे थे, या इनएडिक्वेट डेफिशिएंट सिस्टम था, या जहाँ पे सिस्टम नहीं था, वो सारे के सारे एरियाज फोकस्ड हैं। जहाँ पे अर्बन फ्लडिंग के इश्यूज थे वो भी फोकस्ड हुए। उनको फर्स्ट टाइम पहली दफ़ा है कि उनको फोकस किया हुकूमत ने, मैडम ने, नवाज साहबा के चीफ मिनिस्टर ने, तो देखेंगे वो अब शिकाफ आपको दोबारा उधर नज़र नहीं आएंगे, वो भी सिस्टम रिप्लेस हो गए हैं और खयाबान फिरदौसी वाला रिप्लेस हो रहा है। तो इस तरह एक साल में ये इतनी बड़ी प्रोग्रेस है, आप ये देखें तो, और इसका रिलीफ भी आपके सामने है, और इंशाल्लाह बाकी जो रह गए काम वो इस साल हम मुकम्मल करेंगे। फिर आपको कोई ऐसा पॉइंट नहीं मिलेगा कि आप जाके पूछेंगे। अकाउंटेबिलिटी किसी भी इदारे वास्ते इंतहाई ज़रूरत है, इंतहाई शदीद ज़रूरत होती है अकाउंटेबिलिटी की। मसलन पाकिस्तान की अगर हिस्ट्री की गल करिए तो पाकिस्तान के अदारे मुख्तलिफ अदारे हैं जिन्हें खास तौर पर जो ऑफिशियल जो सरकारी महकमे ने उन्होंने जी ना करप्शन जी वो दीमक वांगू चट रही अदारे की क्रेडिबिलिटी भी खराब होंगी है। अदारे के जो डेड ओनेस्ट जिमें माशाल्लाह इहदे कोई शक नहीं, तुसीं एक बाकिरदार और डेड ओनेस्ट तुसीं लैके चल रहे हो, जिमें मैं समझदा कि तुहाडे ते जिहड़ा पंजाब मरीन नवाज साहब ने एतमाद का इजहार किया और तुसीं काम कर रहे हो, माशाल्लाह कमाल है, अल्लाह तुहानूं होर इज्जत देवे। सर ये दसो अकाउंटेबिलिटी के हवाले नाल तुसीं अपने इदारे च की अमेंडमेंट की है, की तरजीहात ने तुहाडियां, और तुसीं अगर अकाउंटेबिलिटी की है तो की
ਅਫਸਰਾਂ ਦੇ ਖਿਲਾਫ ਕਿੰਨੇ ਕੁ ਅਫਸਰਾਂ ਦੇ ਖਿਲਾਫ ਤੁਸੀਂ ਐਕਸ਼ਨ ਲਿਆ ਹੈ? जी देखें, अकाउंटेबिलिटी बिल्कुल फर्स्ट प्रायोरिटी होनी चाहिए। किसी भी इदारे को चलाना है, किसी मुल्क को चलाना है, उसमें अकाउंटेबिलिटी सबसे एक ऐसा फैक्टर है कि सबसे इम्पोर्टेंट फैक्टर है। तो आप देखें ये जितने भी हमारे वर्क्स अलॉट हुए हैं उसमें ई-पैड के थ्रू जो नवाज शरीफ साहबा की क़यादत में ही उन्होंने ही किया कि ये इलेक्ट्रॉनिक बिड सबमिशन और ओपनिंग, तो उसमें हमने ओपन टेंडर्स किए। हमारे इतने टेंडर्स हुए हैं, कोई एक भी कंप्लेंट रिसीव नहीं हुई कि जो किसी को रोका गया हो या किसी का कोई इशू हो, तो बड़े ट्रांसपेरेंटली हुए हैं। उसके बाद इसकी जो हमारी सुपरविजन है नेस्पाक भी कर रही है, उसके ऊपर भी एक DPP है, ताकि हर और हमारा अपना भी एक इंटरनल सिस्टम है क्वालिटी कंट्रोल डिवीजन का, वो भी इसकी DPP कर रहा है। तो इस तरह के चांसेस बहुत कम है वासा में कि कोई हो, और अगर कोई ऐसा हो गया भी तो आपने देखा बहुत सारे लोग आपको नज़र भी नहीं आ रहे जो वासा में थे और कर रहे थे, नज़र आ रहे थे, वो आज नज़र नहीं आ रहे। और उसके अलावा आपने देखेंगे कोई भी इदारे का अगर ये स्टेप्स लिए जाते हैं तो उधर इम्पैक्ट भी नज़र आता है। तो मेरा ख्याल वासा एक ऐसा इदारा है जिसकी आज से 3 साल पहले देखा जाए तो 570 मिलियन यानी 57 करोड़ रिकवरी थी, रेवेन्यू उसका 57 करोड़ था, तो आज इस 1800 मिलियन, ठीक है। तो आप 3 टाइम्स से भी ज़्यादा 3.5 टाइम्स है, और कहाँ 0.57 बिलियन था और कहाँ 1.8 बिलियन है। तो वही रीज़न है कि अगर ये सारी चीज़ें, लेकिन ये हुई कैसे हैं, इसमें सारा डिजिटाइज है। वासा इस वक्त आपको मैनुअल इंटरवेंशन बहुत कम नज़र आती है। कंप्लेंट्स रजिस्ट्रेशन में भी कोई कंप्लेंट हमारी मैनुअली या फिजिकली कोई नहीं रजिस्टर होती। अगर लोग आते भी हैं हमारे ऑफिस में तो वो हमारी क्लियर इंस्ट्रक्शंस हैं कि आपने हमें टैबलेट्स दिए हुए हैं, आपने उस सिस्टम में एंटर करना, और ताकि ये कंप्लेंट मैनेजमेंट सिस्टम जो है एक डैशबोर्ड, ये मेरे कमरे में भी चल रहे हैं, हर चीज़ का डैशबोर्ड बना हुआ हमारा, और सारा सिस्टम डिजिटाइज है, कंप्लेंट्स का भी, और ऑनलाइन हमारी हेल्पलाइन भी है, और रेवेन्यू का जो है वो भी 100% डिजिटाइज है, ठीक है। इसी तरह बाकी डीजल कंजम्पशन है, जेनसेट्स उन पे भी सेंसर्स हैं, फिल्ट्रेशन प्लांट्स, बाकी इंस्टॉल ट्यूबवेल्स, डिस्पोजल, स्काडा इंस्टॉल्ड है। आप एक ही कमरे में बैठ के पूरे का पूरा वासा एक स्क्रीन पे आप देख रहे होते हैं। तो चीज़ें देखें, अकाउंटेबिलिटी जो होती है ना, अकाउंटेबिलिटी है, ये बाहर लोगों ने सिस्टम बनाए हैं, ऑटोमेशन की तरफ गए हैं, डिजिटाइजेशन की तरफ। उन्होंने सिस्टम ऐसे बना दिए हैं कि जिसमें इस तरह के इश्यूज हो ही ना, ठीक है। फौरी अगर कोई करे तो फौरी हाईलाइट हो जाएगा। तो अल्हम्दुलिल्लाह वासा ने भी इस वक्त 100% हम डिजिटाइजेशन कर चुके हैं, और रेवेन्यू में सेक्टर में भी, कंप्लेंट्स में भी, इसका एग्जीक्यूशन वो भी हमारे डैशबोर्ड्स बने हुए हैं। हर चीज़ एक कंट्रोल रूम में एक ही कमरे में बैठ के स्क्रीन पे नज़र आ रही है। तो लोग ऑटोमेटिकली उस तरफ सोचते भी नहीं है कि हमने ये काम करना है, सोचते भी नहीं है कि ये काम करने हैं। तो हमारा अल्हम्दुलिल्लाह कि हमने जो एक्सपेंडिचर्स भी कट किए हैं, हमारे पर ईयर एंड जो एक्सपेंडिचर 4 to 5 बिलियन कट भी हुए हैं। फाइनेंशियल सस्टेनेबिलिटी ऐसे अचीव नहीं हुई, उसमें एक तो आपने रेवेन्यू जनरेट करना होता है, दूसरी तरफ से आपने जो एक्सपेंडिचर्स अननेसेसरी हैं उनको भी कट करना होता है। तो हमने दोनों एरियाज में काम किया, और अल्हम्दुलिल्लाह वासा आज आपको ये डेफिसिट में जो 1-2 बिलियन में, 3-3, 4-4 बिलियन पर ईयर डेफिसिट में था, वो लाइबिलिटीज़ भी ख़त्म हुई, कॉन्ट्रैक्टर्स लाइबिलिटीज़ भी ख़त्म हुई, और आज वासा माशाल्लाह। अच्छा सर, इस तरह जी कि मैं तो सर अक्सर तुहानूं वेखिया कि तुहानूं भी ज़ाती हैसियत नाल वेखिया, तुसीं फील्ड 'च हुंदे 24 घंटे, और VC साहब जिहड़े ने वो भी फील्ड 'च, बल्कि मिनिस्टर हाउसिंग जिहड़े साडे ने बलाल यासीन साहब, उन्होंने भी मैं फील्ड 'ਚ ही मुतलक देखिया। अच्छा सर, मैं तुहाडी एक छोटी जी नज़र जिहड़ी है मबजूल करवाना चाहांगा एक गल वल। सर, नश्तर टाउन का एक मैं विजिट करके आया थोड़ी देर पहले। नश्तर टाउन सर एक सत्तू कतला दा ड्रेन है सर, नश्तर टाउन ਦੇ ਵਿੱਚ ਜਿਹੜੀ ਵਾਬੜਾ ਟਾਊਨ ਨੂੰ ਲਿੰਕ ਕਰਦੀ ਹੈ, ਵਾਬੜਾ ਟਾਊਨ ਦੀ ਕੋਈ ਸਰ ਉੱਥੇ ਤਕਰੀਬਨ ਕਹਿ ਲਓ ਕਿ ਜਿਹੜਾ ਮੇਰੇ ਕੋਲ ਰਿਕਾਰਡ ਦੇ ਮੁਤਾਬਕ ਉੱਥੇ ਸਰ ਤੁਹਾਡੀਆਂ ਕੋਈ ਜ਼ਮੀਨ ਹੈ ਤੁਹਾਡੀ ਨਾਲੇ ਦੇ ਨਾਲ ਤਕਰੀਬਨ ਕਹਿ ਸਕਦੇ ਹੋ ਕਿ ਉੱਥੇ ਤੇ 100 ਤੋਂ ਉੱਪਰ ਕਾਰਨ ਕਿਉਂਕਿ ਉੱਥੇ ਜਿਹੜੇ ਲੋਕ ਨੇ ਹੁਣ ਜ਼ਮੀਨ ਤੁਹਾਡੀ ਹੈ। ਅਸੀਂ ਵਿਜ਼ਿਟ ਕਰਕੇ ਆਏ, ਉਹਨਾਂ ਨੇ ਦਾਅਵਾ ਕੀਤਾ ਹੈ, ਸਾਡੇ ਕੋਲ ਫੁਟੇਜ ਮੈਂ ਦਿਖਾਣਾ ਥੋੜੀ ਜਿਹੀ, ਉਹਨਾਂ ਨੇ ਦਾਅਵਾ ਕੀਤਾ ਜਨਾਬ ਅਸੀਂ ਤੇ ਜਗ੍ਹਾ ਮੁੱਲ ਲਈਏ, जबकि वो सरकारी जगह है, वासा की जगह ड्रेन के नाल नाल, और जिहड़ा साडे डॉक्यूमेंटेशन ने उनके मुताबिक तकरीबन तुहाडी जगह ज़्यादा नहीं तो वो 20-22 कनाल तो उत्ते, क्योंकि 100 घर बने हुए हैं सर। अच्छा, उस घरों के विच की है सर, उत्थे बिजली भी चल रही है, स्विच गैस भी चल रही है,
ਅੱਛਾ ਉੱਥੇ ਡਰੇਨ ਸਿਸਟਮ ਤੇ ਖੈਰ ਤੁਸੀਂ ਨਹੀਂ ਕਹਿ ਸਕਦੇ ਕੋਈ ਪਿੱਛੇ ਨਾਲਾ ਜੂਏ, ਲਾਈਟ ਕਿਸ ਤਰ੍ਹਾਂ ਚੱਲ ਰਹੀ ਹੈ, ਸੂਗੈਸ ਕਿਵੇਂ ਚੱਲ ਰਹੀ ਹੈ, ਔਰ ਲੋਕ ਉੱਥੇ ਬੈਠੇ ਨੇ ਔਰ ਲੋਕਾਂ ਦਾ ਦਾਅਵਾ ਹੈ ਕਿ ਅਸੀਂ ਜਨਾਬ ਆਪਣਾ ਇਹ ਜਗ੍ਹਾ ਮੁੱਲ ਲਈਏ, ਉਹ ਕਿੰਨੇ ਵੇਚਤੀ ਸਰ ਉਹਨੂੰ? नहीं, कोई ऐसा इशू नहीं है, ना किसी ने बेची है ना कुछ। मैं वही कहता हूँ, मुझे आइडिया है इसका, वो किसी ने बेची नहीं है, ना कोई ऐसा है। लेकिन मैं एक दो पॉइंट्स पे कच्ची आबादी डेवलप है उधर, वो जैसे आप अमीर चौक के करीब वो वाला एरिया होगा, या इधर चांद चौक के करीब थोड़ा सा एरिया में है, वो कच्ची आबादी डेवलप हुई हैं। लेकिन जी के साथ साथ ਨੋਟ ਕਰੋ ਸਰ ਕਿ ਡਰੇਨ ਦੇ ਨਾਲ ਨਾਲ ਜਿਹੜਾ ਹੈ ਕਿ ਉਹ ਘਰ ਬਣੇ ਨੇ ਔਰ ਡਰੇਨ ਦੇ ਬਿਲਕੁਲ ਉੱਪਰ ਉਹਨਾਂ ਦੀ ਬੁਨਿਆਦਾਂ ਨੇ ਘਰ ਦੀਆਂ, ਤੇ ਉਹ ਖੁਦਾ ਨਾ ਖਾਸਤਾ ਕੋਈ ਡਿੱਗ ਜਾਣ। दो पॉइंट्स पे है, एक जैसे वो मुस्लिम चौक की कहते हैं उसको, और अमीर चौक तक का जो स्ट्रेच है उसमें कच्ची आबादी है दोनों साइड्स पे। ऑफिशियली कच्ची आबादी डिक्लेयर नहीं है सर, कच्ची आबादी डेवलप हो गई और वो सारे घर बने हुए हैं बड़े डेवलप हो गए, पता नहीं को 20 से भी ज्यादा है, लेकिन ज्यादा क्या है। और ये एक ये पॉइंट है, एक इधर चांदनी चौक के करीब है, उसके अलावा कहीं ऐसा नहीं। लेकिन वो भी ना किसी ने उनको अलर्ट किया अभी तक, ना उनके पास मालिकाना है। कोई शक नहीं, मैं उनको रिकॉर्ड मंगा, मैं रिकॉर्ड दो किंदे को ले आ जाए किमें खरीदे, और उसका काफ़ी दफ़ा अटैम्प्ट्स भी हुई हैं उसको रिमूव करने की, और अभी भी हम करेंगे इंशाल्लाह। वो जो कहूँगा इंदा जिम्मेदार कौन है सर? इंदा जिम्मेदार ਤੁਹਾਡਾ ਮੁਤਲਕਾ ਨਸ਼ਤਾ ਟਾਊਨ ਦਾ ਕੋਈ ਜਿਹੜਾ ਸ਼ਮਸ ਅਯੂਬ ਸਾਹਿਬ ਨੇ डायरेक्टर ने? यूब साहब तो अभी मेरा ख्याल 2010 में आया है, लेकिन ये तो नहीं मैं वो कहने लगी, इधर तो पता नहीं ये 40-50 साल से ये ऐसे 40-50 साल से उधर आबादी है, तो वो तो नहीं हो सकते। लेकिन ये देखें कि आगे कहीं कोई नज़र आई, कोई फर्दर बड़ी हो या फर्दर को घर बने हो या कोई किसी एक पॉइंट पे भी ऐसा बताएं, वो ऐसा नहीं, वो फौरी रिमूव हो जाता है। बल्कि उससे जहाँ पे आप ये दिखा रहे हैं मुस्लिम चौक, उससे आप स्ट्रीम जाएँ चांदनी चौक की तरफ, तो बहुत सारी वर्कशॉप्स भी कोशिश की लोगों ने, बहुत सारे कब्जे करने की कोशिश की, क्लियर है, सारे के सारे रिमूव कर दें, कोई भी नहीं बनने दे। ये कहीं कोई 40-50 साल पहले बन गई हुई है आबादी, स्टे सर वो स्टे भी हैं, उनके रेजिस्टेंस भी इतनी है कि अब इतनी कंजस्टेड से पॉपुलेटेड एरियाज को थोड़ा सा इशू होते हैं, बाकी तो कहीं भी नहीं, ना बनने दे रहे हैं हम। ਸੀਐਮ ਸਾਹਿਬ ਨੇ ਤੇ ਪੂਰੇ ਲਾਹੌਰ ਦੇ ਵਿੱਚ ਨਜਾਇਜ਼ ਤਜਾਵਜ਼ਾਤ ਦਾ ਸਫਾਇਆ ਕਰ ਦਿੱਤਾ ਹੈ, ਖਾਸ ਤੌਰ ਤੇ ਅੰਦਰੂਨ ਸ਼ਹਿਰ ਦਾ, ਕਿ ਤੁਸੀਂ ਦੇਖੋ ਨਾ ਸਰ 25-30 ਸਾਲ ਤੋਂ ਜਿਹੜੇ ਲੋਕ ਬੈਠੇ ਸਨ ਅੰਦਰੂਨ ਸ਼ਹਿਰ ਦੇ ਵਿੱਚ 40-40 ਸਾਲ ਤੋਂ ਬਲਕਿ वो रिमूव कर दिया को भी ये भी हाईलाइटेड है, और ये भी एडमिनिस्ट्रेशन को किया हुआ बोर्ड है, ये भी किसी वक्त इंशाल्लाह रिमूव हो जाएगी। तो छोटी सी पॉकेट, उसके अलावा कहीं भी नहीं आपने देखा, सारे के सारे क्लियर है, और ना नई को बनने दे। वो रिमूव लोगों ने अटेम्प्ट्स की हैं, वर्कशॉप्स बनाने की अटेम्प्ट्स की हैं, इसके अलावा और बड़ी की हैं, लेकिन वो सारी की सारी रिमूव है, वो कहीं नहीं बहुत छोड़ा, ना है ना बनने दे रहे हैं। तो ये अब 40-50 साल पहले के जो एक आबादी डेवलप हुई है, तो वो है, लेकिन ये इसको भी हाईलाइटेड है और ये भी इंशाल्लाह रिमूव होगी। वासा वालों कोई मैसेज अवाम नास वास्ते कि की कहना चाहोगे? कि मैं बार बार तुहानू 2 दफ़ा पहले क्वेश्चन किया, लेकिन उसी अगे निकल जाने गल तो लोगों को वाकई सर अवेयरनेस की जरूरत है। जिस तरह वासा डिवेलप हो चुका है, जिस तरह वासा अपना कारकर्दगी दिखा रहा है, शो कर रहा है, लोगों को भी चाहिए। तुम लोगों की अवेयरनेस वास्ते की कर रहे हो? सोशल मीडिया इस्तेमाल कर रहे हो, बैनर्स इस्तेमाल कर रहे हो, की कर रहे हो? जी देखें, वो तो सारे सोर्सेज जो हम वो इस्तेमाल कर रहे हैं, सोशल मीडिया भी, इलेक्ट्रॉनिक मीडिया भी, प्रिंट मीडिया भी। लेकिन इस सेक्टर में जो सबसे ज़्यादा 2 चीज़ों का पब्लिक अवेयरनेस की ज़रूरत है। एक देखें, पानी की डिमांड या पानी ज़रूरत है हर एक की, और लेकिन उसको ज़रूरत के मुताबिक इस्तेमाल करना चाहिए, पानी को ज़ाया नहीं करना चाहिए, जो कि हमारे यहाँ बड़ा एक ट्रेंड है पानी ज़ाया करने का। उसको सेव करें अपने लिए और अपने आने वाली नस्लों के लिए। तो पानी की बहुत स्कैर्सिटी है और फ्यूचर में और ज़्यादा कमी होगी, तो उसको आज हमें प्लान करना चाहिए कि पानी बिल्कुल नीड बेस इस्तेमाल करें। और इसके अलावा जो सीवरेज सिस्टम है, वो भी एक तो पानी जितना ज़ाया करेंगे आपके सीवरेज सिस्टम पे भी लोड आता है, उतना आप ज़मीन से पानी एक्सट्रैक्ट भी कर रहे हैं, इलेक्ट्रिसिटी भी ज़ाया कर रहे हैं, एनवायरनमेंट पोल्यूट भी कर रहे हैं, उतने फिर जो वेस्ट जनरेट होगा वो भी एनवायरनमेंट पोल्यूशन होती है, इलेक्ट्रिसिटी भी उतनी कंजम्पशन होती है, और सीवरेज सिस्टम में बर्डन भी उतना ज़्यादा आता है, आपकी कंप्लेंट्स बढ़ जाती हैं। और दूसरा सीवरेज सिस्टम है जो सॉलिड वेस्ट, जो सबसे मेजर
दुनिया में कहीं ऐसा नहीं होता कि ड्रेन्स में लोग सॉलिड वेस्ट फेंक देते हैं या सीवरेज सिस्टम में फेंक देते हैं और अंदर ही सब कुछ सीवरेज से, और उसकी वजह से क्या होता है सीवरेज सिस्टम भी प्रॉपर्ली फंक्शन नहीं कर रहा होता, उसकी कंप्लेंट्स बढ़ जाती हैं ओवरफ्लोइंग की, गलियों में गंदा पानी खड़ा होता है या नाले बार बार आप साफ़ करते हैं। देखें इस पे पैसा किसका है, गवर्नमेंट का पैसा है, आप पब्लिक का पैसा, वही इस्तेमाल होता है, वो अपना ही नुकसान कर रहे हैं ना। तो बजाय इसके क्या हाल है, LWMC बहुत अच्छा काम कर रही है। LWMC आप ड्रेन्स में या सी में सॉलिड वेस्ट फेंकने की बजाय आप डस्टबिन्स में तक पहुँचाएँ, ठीक है। अब जो एक तरीका तो दुनिया में तो लोग अपने घरों के अंदर रखते हैं और पता है कि फलां दिन सफाई वाले ने आना है, ये कूड़े वाले ने आना है, वो बाहर रखते हैं, वो उसी को उठा के फिर अपने डस्टबिन अंदर रखते हैं। तो इस तरह का हमें भी रोल अदा करना चाहिए। डिपार्टमेंट्स अपने जगह पे हर डिपार्टमेंट ट्राई कर रहा है कि अच्छा काम करे, लेकिन उसमें पब्लिक का बहुत बड़ा कंट्रीब्यूशन होता है। तो ये सीवरेज सिस्टम जैसे कि पानी इसको ज़ाया करना बहुत बड़ी ज़्यादती है। अपनी फ्यूचर की जनरेशन जो है उनका आप फ्यूचर का रहे हैं, ज़ाया कर रहे हैं। इसी तरह नालों सीवरेज में सॉलिड वेस्ट ना फेंकें, ये सब वासा भी ये पे काम करेगा। LWMC के लिए भी उतने रिसोर्सेज अब ज़ाया होंगे, पब्लिक मनी है वो ज़ाया होंगे। ਇੱਥੇ ਅਸੀਂ ਲਵਾਂਗੇ ਸ਼ਾਰਟ ਬ੍ਰੇਕ। ਸਨ ਨਿਊਜ਼ ਨਾਲ ਜੁੜੇ ਰਹੋ। ਵਜ਼ੀਰ ਆਲਾ ਪੰਜਾਬ ਮਰੀਮ ਨਵਾਜ਼ ਸਾਹਿਬਾ ਦੇ ਵਿਜ਼ਨ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ ਵਾਸਾ ਨੇ ਲਾਹੌਰ 'ਚ ਕਰੋੜਾਂ ਰੁਪਏ ਦੇ ਤਰੱਕੀਆਤੀ ਮਨਸੂਬੇ ਸ਼ੁਰੂ ਕਰ ਰੱਖੇ ਨੇ, ਬਲਕਿ ਕਈ ਮਨਸੂਬੇ ਮੁਕੰਮਲ ਹੋ ਕੇ ਫਾਲ ਵੀ ਹੋ ਚੁੱਕੇ ਨੇ। ਨਾਜ਼ਰੀਨ, ਸ਼ਦੀਦ ਤੂਫਾਨੀ ਬਾਰਿਸ਼ਾਂ ਦਾ ਮੌਸਮ ਹੋਵੇ ਤੇ ਜਾਂ ਫਿਰ ਨਾਰਮਲ ਮੌਸਮ, ਵਜ਼ੀਰ ਹਾਊਸਿੰਗ ਬਲਾਲ ਯਾਸੀਨ ਹੋਣ ਜਾਂ ਕਿ ਵਾਈਸ ਚੇਅਰਮੈਨ ਵਾਸਾ ਸ਼ਬਾਜ਼ ਚੌਧਰੀ ਤੇ ਜਾਂ ਫਿਰ MD ਵਾਸਾ ਗੁਫਰਾਨ ਅਹਿਮਦ, ਇਹ तमाम हुकामे बाला ਤੁਹਾਨੂੰ फील्ड 'ਚ हर वेले मुतहरक नज़र आउंदे ने। पाकिस्तान की हिस्ट्री का भी ये सबसे बड़ा पैकेज है चीफ मिनिस्टर पंजाब मैडम मरीम नवाज साहबा ने दिया है। दूसरा जो आप पॉलिटिकल बात कर रहे हैं वो ऐसा नहीं है। फंड्स की एलोकेशन है वो ये सामने रख के नहीं कि इक्वली डिवाइड कर देने, जितना एरिया जहाँ पे मिसिंग है उसमें सिस्टम देना है। 10 स्टोरी टैंक एक साल में ही उनको फंड्स दिए गए और वासा ने बहुत स्क्वीज टाइमलाइन में उनको फंक्शनल भी हमने किया। वासा वालों को मैसेज अवामुन्नास वास्ते इस सेक्टर में जो सबसे ज़्यादा दो चीज़ों पब्लिक अवेयरनेस की ज़रूरत है। एक देखे पानी की डिमांड या पानी ज़रूरत है हर एक की, तो उसको ज़रूरत के मुताबिक इस्तेमाल करना चाहिए। पानी को ज़ाया नहीं करना चाहिए, जो कि हमारे यहाँ बड़ा एक ट्रेंड है पानी ज़ाया करने का। उसको सेव करें अपने लिए और अपने आने वाली नस्लों के लिए। ਵੈਲਕਮ ਬੈਕ। ਨਾਜ਼ਰੀਨ, ਤੁਸੀਂ MD ਸਾਹਿਬ ਦਾ ਖਸੂਸੀ ਇੰਟਰਵਿਊ ਮੁਲਾਹਿਜ਼ਾ ਕੀਤਾ ਜਿਹਦੇ 'ਚ ਉਹਨਾਂ ਨੇ ਦੱਸਿਆ ਕਿ ਸਿਆਸੀ ਅਸਰ ਰਸੂਖ ਜਾਂ ਸਿਆਸੀ ਮਾਈਲੇਜ ਲੈਣ ਵਾਸਤੇ ਤਰੱਕੀਆਤੀ ਕੰਮ ਨਹੀਂ ਕੀਤੇ ਜਾ ਰਹੇ, ਬਲਕਿ ਆਵਾਮ ਦੀ ਸਹੂਲਤ ਲਈ ਆਵਾਮ ਦਾ ਪੈਸਾ ਬਿਲਾ ਤਫਰੀਕ ਆਵਾਮ ਤੇ ਹੀ ਖਰਚ ਕੀਤਾ ਜਾ ਰਿਹਾ ਹੈ। ਨਾਜ਼ਰੀਨ, ਹੁਣ ਅਸੀਂ ਗੱਲ ਕਰਾਂਗੇ ਅਦਾਰਿਆਂ 'ਚ ਮੌਜੂਦ ਕਰਪਟ ਅਨਾਸਰ ਦੀ, ਜਿਹੜੇ ਕਿ ਆਪਣੇ ਜ਼ਾਤੀ ਮਫਾਦ ਦੀ ਖਾਤਰ ਨਾ ਸਿਰਫ ਅਦਾਰਿਆਂ ਦੀ ਕ੍ਰੈਡੀਬਿਲਿਟੀ ਬਲਕਿ ਇੱਜ਼ਤ ਤੇ ਵਕਾਰ ਨੂੰ ਵੀ ਦਾਅ ਤੇ ਲਾ ਦਿੰਦੇ ਨੇ। ਨਸ਼ਤਰ ਟਾਊਨ ਦੇ ਏਰੀਆ ਸਤੂ ਕਤਲਾ ਡਰੇਨ H4 ਬਲਾਕ ਵਾਡਾ ਟਾਊਨ ਦੇ ਪੁਲ ਤੋਂ ਲੈ ਕੇ ਜਮਾਲ ਚੌਕ ਦੇ ਪੁਲ ਤੱਕ ਡਰੇਨ ਦੇ ਨਾਲ ਤਕਰੀਬਨ 15 ਤੋਂ 20 ਕਨਾਲ ਅਰਬਾਂ ਰੁਪਏ ਦੀ ਕੀਮਤੀ ਇਰਾਜ਼ੀ ਤੇ ਅਰਸਾ ਦਰਾਜ਼ ਤੋਂ ਨਜਾਇਜ਼ ਕਾਬਜ਼ੀਰ ਰਹਾਇਸ਼ ਪਜ਼ੀਰ ਨੇ 100 ਤੋਂ ਜ਼ਾਇਦ ਘਰਾਂ ਸਮੇਤ ਕਮਰਸ਼ੀਅਲ ਦੁਕਾਨਾਂ ਦੀ ਮਾਰਕੀਟ ਵੀ ਮੌਕੇ ਤੇ ਬਣ ਚੁੱਕੀ ਹੈ। ਕਿਸੇ ਵੀ ਘਰ ਜਾਂ ਦੁਕਾਨ ਤੇ ਬਿਜਲੀ ਦੇ ਮੀਟਰ ਨਹੀਂ ਪਰ ਬਿਜਲੀ ਮੌਜੂਦ ਹੈ, ਸੂਈ ਗੈਸ ਦੇ ਮੀਟਰ ਨਹੀਂ ਪਰ ਸੂਈ ਗੈਸ ਇਸਤੇਮਾਲ ਹੋ ਰਹੀ ਹੈ। ਦੋਵੇਂ ਪੁਲੀਆਂ ਤੇ ਖੋਖੇ ਬਣ ਚੁੱਕੇ ਨੇ, ਲੇਕਿਨ ਇਸ ਦੇ ਬਾਵਜੂਦ ਗੁਜ਼ਸ਼ਤਾ 15 ਸਾਲ ਦੇ ਜ਼ਾਇਦ ਅਰਸੇ ਤੋਂ ਇੱਕ ਹੀ ਜਗ੍ਹਾ ਤੇ ਤਾਇਨਾਤ ਡਾਇਰੈਕਟਰ ਨਸ਼ਤਰ ਟਾਊਨ ਸ਼ਮਸ ਅਯੂਬ ਸਮੇਤ ਦੀਗਰ ਅਫਸਰਾਨ व ਅਮਲਾ ਹੁਕਾਮੇ ਬਾਲਾ ਨੂੰ ਸਭ ਅੱਛਾ ਹੈ ਦੀ ਰਿਪੋਰਟ ਦੇ ਕੇ ਆਪਣੇ ਜ਼ਾਤੀ ਮਫਾਦਾਤ ਹਾਸਲ ਕਰਨ ਲਈ ਮਸਰੂਫ ਅਮਲ ਨੇ। ਇਸ ਏਰੀਆ ਦਾ ਸਨ ਨਿਊਜ਼ ਵੱਲੋਂ ਖਸੂਸੀ ਵਿਜ਼ਿਟ ਕੀਤਾ ਗਿਆ ਤੇ ਉੱਥੇ ਦੇ ਲੋਕਾਂ ਨੇ ਸਾਨੂੰ ਕੀ ਇਨਕਸ਼ਾਫਾਤ ਕੀਤੇ, ਆਓ ਪਹਿਲੇ ਉਹ ਵੇਖਦੇ ਹਾਂ। ਜੀ ਅਸੀਂ ਇਸ ਵਕਤ ਸਤੂ ਕਤਲਾ ਡਰੇਨ ਤੇ ਮੌਜੂਦ ਹਾਂ। ਤੁਹਾਨੂੰ ਥੋੜਾ ਜਿਹਾ ਸਪੌਟ ਦਾ ਸਮਝਾਉਣ ਵਾਸਤੇ ਮੈਂ ਤੁਹਾਨੂੰ ਐਕਚੁਅਲ ਜਗ੍ਹਾ ਦਿਖਾਉਣਾ ਚਾਹ ਰਿਹਾ ਕਿ ਮੈਂ ਜਿਸ ਸਪੌਟ ਤੇ ਖੜਾ ਹਾਂ ਇਹਦਾ ਸਪੌਟ ਦਾ ਨਾਂ ਹੈ ਸਤੂ ਕਤਲਾ ਡਰੇਨ। ਇੱਕ ਬ੍ਰਿਜ ਬਣਿਆ ਹੋਇਆ ਹੈ। ਇਸ ਬ੍ਰਿਜ ਦੀ ਤੁਸੀਂ ਅਗਰ ਵੇਖੋ ਕਿ ਮੇਰੀ ਜਿਹੜੀ ਰਾਈਟ ਸਾਈਡ ਹੈ ਉਹਦੇ ਤੇ ਅਲ ਖਿਦਮਤ ਫਾਊਂਡੇਸ਼ਨ ਤੁਹਾਨੂੰ ਮੇਰਾ ਕੈਮਰਾਮੈਨ ਦਿਖਾ ਰਿਹਾ ਹੈ, ਇਹ ਅਲ ਖਿਦਮਤ ਫਾਊਂਡੇਸ਼ਨ ਹੈ ਤੇ ਦੂਜੀ ਸਾਈਡ ਤੇ ਜਿਹੜਾ ਹੈ ਦੀ ਪੰਜਾਬ ਸਕੂਲ ਹੈ। ਅੱਛਾ, ਇਹ ਜਿਹੜੀ ਦਰਮਿਆਨੀ ਸੜਕ ਜਿਹੜਾ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਇਹ ਸੜਕ ਜਿਹੜੀ ਜਿਸ ਟਾਈਮ ਬ੍ਰਿਜ ਤੋਂ ਗੁਜ਼ਰ ਕੇ ਮੇਨ ਜਿਹੜਾ ਰੋਡ ਹੈ, ਅਸਲ 'ਚ ਮੇਨ ਰੋਡ ਕਿਹੜਾ ਹੈ ਕਿ ਜਿਹੜਾ ਸ਼ੌਕਤ ਖਾਨਮ ਤੋਂ ਰੋਡ ਜਾ ਰਿਹਾ ਹੈ ਸਿੱਧਾ ਐਕਚੁਅਲੀ ਜਿਹੜਾ ਰੋਡ ਜਾ ਰਿਹਾ ਹੈ ਰਾਇਮੰਡ ਰੋਡ ਤੇ, ਉਸ ਰੋਡ ਦੇ ਉੱਤੇ
ਮੇਨ ਦੇ ਵਾਪਡਾ ਟਾਊਨ ਜਿੱਥੇ ਖਤਮ ਹੁੰਦਾ ਹੈ, ਗੁਲਸ਼ਨ ਲਾਹੌਰ ਇੱਕ ਸਾਈਡ ਤੇ ਵਾਪਡਾ ਟਾਊਨ ਦਾ H4 ਬਲਾਕ ਹੈ, ਔਰ ਦਰਮਿਆਨ 'ਚ ਇੱਕ ਪੁਲ ਗੁਜ਼ਰਿਆ ਹੈ ਜਿਹਦੇ ਤੇ ਅਸੀਂ ਉੱਤੇ ਖੜੇ ਹਾਂ, ਉਹਨੂੰ ਅਸੀਂ ਕਹਿੰਦੇ ਹਾਂ ਸੱਤੂ ਕਤਲਾ ਟ੍ਰੇਨ। ਅੱਛਾ, ਇਸ ਟ੍ਰੇਨ ਦਾ ਵਕੂਆ ਕੀ ਹੈ ਕਿ ਇਸ ਟ੍ਰੇਨ ਦੇ ਇੱਕ ਸਾਈਡ ਤੇ ਜਗ੍ਹਾ ਹੈ ਜੇ ਤਕਰੀਬਨ ਕਹਿ ਲਓ ਕਿ 46 ਫੁੱਟ, ਫਿਰ 80 ਫੁੱਟ, 53 ਫੁੱਟ, 45 ਫੁੱਟ, 44 ਫੁੱਟ, 35 ਫੁੱਟ ਤੇ 28 ਫੁੱਟ। ਇਹ ਤੁਹਾਨੂੰ ਮੈਂ ਲੈਫਟ ਸਾਈਡ ਦੀ ਗੱਲ ਕਰ ਰਿਹਾ। ਅਗਰ ਮੈਂ ਰਾਈਟ ਸਾਈਡ ਦੀ ਗੱਲ ਕਰਾਂ, ਰਾਈਟ ਸਾਈਡ ਤੇ 53 ਫੁੱਟ, 80 ਫੁੱਟ, 61 ਫੁੱਟ, 52 ਫੁੱਟ, 51 ਫੁੱਟ, 41 ਫੁੱਟ ਤੇ 48 ਫੁੱਟ। ਅੱਛਾ, ਇੱਕ ਲੈਫਟ ਸਾਈਡ ਤੇ ਤੁਹਾਨੂੰ ਮੇਰਾ ਕੈਮਰਾਮੈਨ ਦਿਖਾ ਰਿਹਾ ਕਿ ਇਹ ਲੈਫਟ ਸਾਈਡ ਤੇ ਸਿਰਫ ਇੱਕ ਸੜਕ ਬਣੀ ਹੋਈ ਹੈ, ਤੇ ਔਰ ਉਸ ਤੋਂ ਬਾਅਦ ਆਪਣਾ ਦੂਸਰੀ ਸਾਈਡ ਤੇ ਗੁਲਸ਼ਨ ਇਕਬਾਲ ਹੈ, ਤੇ ਸੈਕੰਡਲੀ ਆਪਣਾ ਵਾਪਡਾ ਟਾਊਨ ਹੈ। ਅੱਛਾ, ਹੁਣ ਜਿਹੜਾ ਐਕਚੁਅਲੀ ਜਿਹੜੀ ਨਜਾਇਜ਼ ਤਜਾਵਜ਼ਾਤ ਨੇ, ਉਹ ਨਜਾਇਜ਼ ਤਜਾਵਜ਼ਾਤ ਜਿਹੜੀਆਂ ਬਣੀਆਂ ਹੋਈਆਂ ਨੇ, ਉਹ ਬਣੀਆਂ ਹੋਈਆਂ ਨੇ ਰਾਈਟ ਸਾਈਡ ਤੇ, ਜਿੱਥੇ 53 ਫੁੱਟ, 80 ਫੁੱਟ, 61 ਫੁੱਟ, 52 ਫੁੱਟ। ਔਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਰਿਹਾ ਕਿ ਇਹ ਮੇਰੇ ਸਾਹਮਣੇ ਇਹ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ 15 ਤੋਂ 20 ਕਨਾਲ ਜਗ੍ਹਾ ਹੈ ਜਿਹੜੀ ਨਾਲੇ ਦੀ ਜਿਹੜੀ ਡਰੇਨ ਹੈ, ਜਿਹਨੂੰ ਅਸੀਂ ਕਹਿ ਰਹੇ ਸੱਤੂ ਕਤਲਾ ਡਰੇਨ, ਉਹਦੀ ਰਾਈਟ ਸਾਈਡ ਤੇ ਜਿਹੜਾ ਬਣਿਆ ਹੋਇਆ ਹੈ ਨਜਾਇਜ਼ ਤਜਾਵਜ਼ਾਤ, ਉਹ ਲੋਕਾਂ ਦੇ ਘਰ ਬਣੇ ਹੋਏ ਨੇ, ਮਾਰਕੀਟਾਂ ਬਣੀਆਂ ਹੋਈਆਂ ਨੇ। ਜੀ ਤੁਹਾਨੂੰ ਮੈਂ ਦੱਸਿਆ ਸਾਂ ਕਿ ਇੱਥੇ ਜਿਹੜੇ ਦੁਕਾਨਾਂ ਬਣੀਆਂ ਨੇ ਦੋਵਾਂ ਡਰੇਨ ਦੇ ਦੋਵਾਂ ਸਾਈਡਾਂ ਤੇ, ਇੱਕ ਦੁਕਾਨਦਾਰ ਤੁਸੀਂ ਵੇਖ ਸਕਦੇ ਹੋ ਕਿ ਮੇਰੇ ਸਾਹਮਣੇ ਕੰਮ ਕਰ ਰਿਹਾ, ਬੱਚਾ ਹੈ ਲੇਕਿਨ ਉਹ ਕੰਮ ਕਰ ਰਿਹਾ, ਤੇ ਇਹਨੂੰ ਪਹਿਲੇ ਪੁੱਛਦੇ ਆ ਕਿ ਇੱਥੇ ਕਿਵੇਂ ਬੈਠਾ ਹੈ ਤੇ ਕਿਦੋਂ ਦੀ ਦੁਕਾਨ ਪਾਈ ਹੈ। ਬੇਟਾ ਕੀ ਹਾਲ ਹੈ ਤੇਰਾ, ਠੀਕ ਹੈ ਬੇਟਾ, ਕਿਦੋਂ ਦੇ ਬੈਠੇ ਹੋ ਇੱਥੇ? ਮੈਨੂੰ ਸਰ ਸਾਲ ਡੇਢ ਸਾਲ ਹੋ ਗਿਆ ਤੇ ਬੇਟਾ ਤੁਸੀਂ ਤੁਹਾਨੂੰ ਕਿਹਨੇ ਪਾਇਆ ਜੀ? ਸਰ ਜੀ ਮੈਨੂੰ ਕਿਹਾ ਮੇਰੇ ਵਾਲਾ ਸਾਹਿਬ ਨੇ ਪਾਇਆ, ਇੱਥੇ PH ਦੇ ਵਿੱਚ ਹੈਗੇ ਨੇ, ਮੁਲਾਜ਼ਮ ਹੈਗੇ ਨੇ ਜੀ, ਉਹਨਾਂ ਨੇ ਪਾਇਆ ਇੱਥੇ। ਬੇਟਾ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਤੁਸੀਂ ਇੱਥੇ ਨਜਾਇਜ਼ ਬੈਠੇ ਹੋ? ਨਹੀਂ ਸਰ। ਅੱਛਾ, ਨਹੀਂ ਬਿਲਕੁਲ ਕਿਸੇ ਨੇ ਨਹੀਂ ਪੁੱਛਿਆ, ਨਾ ਵਾਸਾ ਨੇ, ਨਾ ਤੁਸੀਂ PH ਨੇ ਜਾਂ ਦੀਗਰ ਕਿਸੇ ਮਹਿਕਮੇ ਨੇ? ਨਹੀਂ ਸਰ। ਬੇਟਾ ਕਿਉਂ ਨਹੀਂ ਪੁੱਛਿਆ? ਤੁਸੀਂ ਕਿਸੇ ਨੂੰ ਪੈਸੇ ਦਿੰਦੇ ਹੋ? ਨਹੀਂ ਸਰ, ਕਿਸੇ ਨੂੰ ਪੈਸੇ ਨਹੀਂ ਦਿੰਦੇ, ਸਿਰਫ ਮੇਰਾ ਅੱਬੂ ਸਰਕਾਰੀ ਮੁਲਾਜ਼ਮ ਹੈ ਜਿਹਦੇ ਥਰੂ ਬੈਠੇ ਆ। ਅੱਛਾ, ਤੁਸੀਂ ਇਸ ਬੱਚੇ ਦੀ ਗੱਲ ਸੁਣ ਰਹੇ ਹੋ, ਬੱਚਾ ਕਹਿੰਦਾ ਹੈ ਕਿ ਮੇਰਾ ਅੱਬੂ ਜਿਹੜਾ PH 'ਚ ਸਰਕਾਰੀ ਮੁਲਾਜ਼ਮ ਹੈ, ਜਿਹਨੇ ਮੈਨੂੰ ਇੱਥੇ ਬਿਠਾਇਆ ਹੋਇਆ। ਠੀਕ ਹੈ, ਕੰਮ ਕਰਨਾ ਤੇ ਉਹਦਾ ਹੱਕ ਹੈ, ਲੇਕਿਨ ਇਸ ਤਰ੍ਹਾਂ ਨਜਾਇਜ਼ ਤਜਾਵਜ਼ਾਤ ਬਣਾ ਕੇ ਕੰਮ ਕਰਨਾ ਬਿਲਕੁਲ ਗੈਰ ਕਾਨੂੰਨੀ ਵੀ ਹੈ, ਔਰ ਮੈਂ ਸਮਝਦਾ ਵਾਂ ਕਿ ਇਹ ਅਖਲਾਕੀ ਤੌਰ ਤੇ ਵੀ ਗੈਰ ਕਾਨੂੰਨੀ ਹੈ। ਦੂਸਰੀ ਗੱਲ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਜਿਹੜਾ ਇੱਕ ਖੋਖਾ ਜਿਹਾ ਬਣਿਆ ਜਗ੍ਹਾ ਬੈਠੇ, ਇਹ ਨਜਾਇਜ਼ ਇਹਨੂੰ ਕਾਬਜ਼ੀਨ ਕਿਹਾ ਜਾਂਦਾ ਹੈ ਕਾਗਜ਼ਾਂ ਦੇ ਵਿੱਚ, ਗਵਰਨਮੈਂਟ ਆਫੀਸ਼ੀਅਲ ਕਾਗਜ਼ਾਂ ਦੇ ਵਿੱਚ। ਤੇ ਹੁਣ ਤੁਹਾਨੂੰ ਮੈਂ ਲੈ ਕੇ ਚੱਲਦਾ ਵਾਂ ਜਿੱਥੇ ਲੋਕਾਂ ਨੇ ਘਰਾਂ ਦੇ ਘਰ ਬਣਾਏ ਹੋਏ ਨੇ, ਤਕਰੀਬਨ 15 ਤੋਂ 20 ਕਨਾਲ ਜਗ੍ਹਾ ਹੈ, ਤੇ ਆਓ ਫਿਰ ਤੁਹਾਨੂੰ ਵਿਜ਼ਿਟ ਕਰਾਈਏ ਕਿ ਉਹ ਘਰਾਂ ਦੀ ਕੀ ਸੂਰਤ ਹਾਲ ਹੈ। ਉੱਤੇ ਜਿਵੇਂ ਉਹ ਦੱਸ ਰਹੇ ਨੇ ਕਿ ਤਾਰਾਂ ਵੀ ਗੁਜ਼ਰ ਰਹੀਆਂ ਨੇ, ਕਿ ਜਿਹੜੀਆਂ ਤਾਰਾਂ ਹਾਈ ਵੋਲਟੇਜ ਤਾਰਾਂ ਨੇ, 11 kV ਦੀ ਤਾਰਾਂ ਨੇ, ਵੱਡੇ ਖੰਭੇ ਲੱਗੇ ਹੋਏ ਨੇ ਨੀਚੇ ਡਰੇਨ ਪਿੱਛੇ। ਜਿਹੜੇ ਘਰ ਨੇ ਤੁਹਾਨੂੰ ਮੇਰਾ ਕੈਮਰਾਮੈਨ ਦਿਖਾਏਗਾ ਠਹਿਰ ਕੇ, ਨਹੀਂ ਕਿ ਉਹ ਜਿਹੜੀ ਡਰੇਨ ਹੈ ਉਹਦੇ ਪਿੱਛੇ ਬਿਲਕੁਲ ਜਿਹੜੀ ਘਰਾਂ ਦੀਆਂ ਬੁਨਿਆਦਾਂ ਨੇ ਉਹ ਨਾਲੇ ਦੇ ਉੱਤੇ ਨੇ। ਉਹ ਕਿਸੇ ਵੇਲੇ ਵੀ ਕੋਈ ਵੱਡਾ ਹਾਦਸਾ ਹੋ ਸਕਦਾ ਹੈ ਔਰ ਜਾਨੀ ਔਰ ਮਾਲੀ ਨੁਕਸਾਨ ਹੋ ਸਕਦਾ। ਆਓ ਤੁਹਾਨੂੰ ਦਿਖਾਈਏ, ਪਹਿਲੇ ਵਿਜ਼ਿਟ ਕਰਾਈਏ। ਅੱਛਾ ਜੀ, ਮੈਂ ਉਸ ਜਗ੍ਹਾ ਤੇ ਆ ਗਿਆ ਜਿਹੜਾ ਤੁਸੀਂ ਤੁਹਾਨੂੰ ਮੈਂ ਜਿਹੜੀ ਸੱਤੂ ਕਤਲਾ ਡਰੇਨ ਦੱਸ ਰਿਹਾ ਸੀ, ਉਹ ਡਰੇਨ ਦੀ ਇੱਕ ਸਾਈਡ ਤੇ ਸੜਕ, ਦੂਸਰੀ ਸਾਈਡ ਤੇ ਲੋਕਾਂ ਦੀਆਂ ਰਹਾਇਸ਼ਾਂ ਬਣੀਆਂ ਹੋਈਆਂ ਨੇ, ਔਰ ਮੈਂ ਇਸ ਗਲੀ 'ਚ ਮੌਜੂਦ ਹਾਂ। ਅਸੀਂ ਗੱਲ ਕਰਾਂਗੇ ਸਿਰਫ ਮੇਰੀ ਜਿਹੜੀ ਰਾਈਟ ਸਾਈਡ ਤੇ ਜਿਹੜੇ ਲੋਕ ਰਹਾਇਸ਼ੀ ਨੇ ਮੇਰੇ ਨਾਲ ਮੌਜੂਦ ਨੇ, ਉਹਨਾਂ ਕੋਲ ਪੁੱਛਦੇ ਆ ਕਿ ਸਰ ਇੱਥੇ ਕਿਵੇਂ ਰਹਾਇਸ਼ ਪਜ਼ੀਰ ਨੇ। ਸਰ ਸਲਾਮ ਅਲੈਕੁਮ, ਕੀ ਹਾਲ ਚਾਲ ਹੈ? ਠੀਕ ਹੋ ਸਰ? ਤੁਸੀਂ ਇੱਥੇ ਕਿਦੋਂ ਤੋਂ ਬੈਠੇ ਹੋ? सर तकरीबन साल 12-14 साल हो चले। 12-14 ਸਾਲ ਇੱਥੇ ਬੈਠੇ ਹੋਏ ਹੋ? ਓਕੇ। ਤੇ ਸਰ ਤੁਸੀਂ ਇੱਥੇ ਸਰਕਾਰੀ ਜਗ੍ਹਾ ਸਰ ਕਾਗਜ਼ਾਂ ਦੇ ਵਿੱਚ, जी जी ਤੁਹਾਡੇ ਕੋਲ ਕੀ ਇਹਦਾ ਖੱਤ ਪੱਤਰ ਹੈ? सर साढ़े सिर्फ स्टाफ ही ने ਸਟਾਂਪ ਪੇਪਰ ਤੁਹਾਨੂੰ ਸਟਾਂਪ ਪੇਪਰ ਕਿਹਨੇ ਦਿੱਤਾ ਹੈ? वो इतने है कि बंदा है अच्छा, लेकिन ਦੱਸੀ ਕਿ ਗੈਰ ਸਰਕਾਰੀ ਸੀ? मेरा हेल्थ सरकारी है, लेकिन इनका LDA वगैरह तो सारा तो वासा वगैरह तो क्लियर है जो। ਤੁਸੀਂ ਕੀ ਕਲੀਅਰ ਨਾ ਤੇ ਵਾਸਾ ਨੂੰ ਕਲੇਮ ਕਰ ਰਿਹਾ, ਨਾ LDA ਕਲੇਮ ਕਰ ਰਿਹਾ, ਔਰ ਨਾ ਹੀ ਇਹਨੂੰ ਕੋਈ ਦੂਸਰਾ ਮਹਿਕਮਾ ਕਲੇਮ ਕਰ ਰਿਹਾ, ਕਿਉਂਕਿ ਬੇਸਿਕ ਜਿਹੜੀ ਜਗ੍ਹਾ ਸੀ ਇਹ ਸੀ ਜਗ੍ਹਾ ਇਰੀਗੇਸ਼ਨ ਦੀ। ਇਰੀਗੇਸ਼ਨ ਨੇ ਦਿੱਤੇ ਵਾਸਾ ਨੂੰ, ਵਾਸਾ ਨੇ ਇੱਥੇ ਡਰੇਨ ਬਣਾਈ, ਤੇ ਤੁਹਾਨੂੰ ਕਾਗਜ਼ ਕਿਵੇਂ ਦਿੱਤੇ? ਤੇ ਸਰਕਾਰੀ ਜਗ੍ਹਾ ਸਰ, ਆਈ ਥਿੰਕ ਮੈਨੂੰ ਇਹ ਸਮਝਾਓ। लेकिन सर सानू इतने 12-14 साल ने इतने लोग वो भी है ने जो 30 साल तो रह रहे ने थे। ਅੱਛਾ ਜੀ। 30 ਸਾਲ ਤੋਂ ਜਿਹੜੇ ਲੋਕ ਰਹਿ ਰਹੇ ਨੇ, 30 ਸਾਲ ਤੋਂ। ਕਾਗਜ਼ ਦਿਖਾ ਸਕਦੇ ਹੋ ਸਾਨੂੰ? मैं नहीं फिलहाल मेरे को नहीं, वाला साहब गया हुए ने। ਅੱਛਾ हाँ ਜੀ, ਤੁਸੀਂ ਗੁਫ਼ਤਗੂ ਸੁਣੀ, ਤੁਹਾਡਾ ਕੀ ਨਾਮ ਹੈ ਸਰ? अब्दुल मतलब। ਅਬਦੁਲ ਮੁਤਲਬ ਸਾਹਿਬ, ਤੁਸੀਂ ਇੱਥੇ 14 ਸਾਲ ਤੋਂ ਰਹਿਸ਼ੀ ਹੋ। ਤੁਸੀਂ ਅਬਦੁਲ ਮੁਤਲਬ ਸਾਹਿਬ ਦੀ ਗੁਫ਼ਤਗੂ ਸੁਣੀ ਇੱਥੇ, ਤੇ 14 ਸਾਲ ਤੋਂ ਉਹਨਾਂ ਦਾ ਕਲੇਮ ਹੈ ਕਿ ਮੈਂ ਇੱਥੇ ਰਹਿ ਰਿਹਾ ਹਾਂ, ਔਰ ਉਹਨਾਂ ਕੋਲ ਸਟੈਂਪ ਪੇਪਰ ਹੈ, ਉਹਨਾਂ ਕੋਲ ਕੋਈ ਰਜਿਸਟਰੀ ਨਹੀਂ, ਕੋਈ ਐਸੀ ਫਾਈਲ ਨਹੀਂ। ਹਾਂ, ਅਲਬੱਤਾ ਇਹ ਜ਼ਰੂਰ ਹੈ ਕਿ ਉਹਨਾਂ ਦੇ ਕੋਲੋਂ ਉਹ ਕਹਿੰਦੇ ਪਏ ਨੇ ਮੇਰੇ ਕੋਲ ਸਟੈਂਪ ਪੇਪਰ ਹੈ, ਔਰ ਮੈਨੂੰ ਕਿਸੇ ਸਰਕਾਰੀ ਬੰਦੇ ਨੇ ਸਟੈਂਪ ਪੇਪਰ ਦਿੱਤਾ ਹੈ, ਔਰ ਇੱਥੇ 14 ਸਾਲ ਤੋਂ ਰਹਿਸ਼ੀ ਹੈ। ਇਹਨਾਂ ਦਾ ਕਹਿਣਾ ਹੈ ਕਿ ਇੱਥੇ ਐਸੇ ਲੋਕ ਵੀ ਨੇ ਜਿਹੜੇ ਕਿ ਗੁਜ਼ਸ਼ਤਾ ਕੋਈ 30 ਸਾਲ ਤੋਂ ਰਹਿ ਨੇ, ਲੇਕਿਨ ਮੇਰੀ ਸਮਝ ਤੋਂ ਬਾਲਾ ਤਰੇ, ਜਦ ਕਿ ਸਾਡੇ ਕਾਗਜ਼ਾਂ ਦੇ ਮੁਤਾਬਕ, ਸਾਡੇ ਰਿਕਾਰਡ ਦੇ ਮੁਤਾਬਕ ਇੱਥੇ ਜਿਹੜੇ ਲੋਕ ਨੇ ਉਹ ਗੁਜ਼ਸ਼ਤਾ 3 ਤੋਂ 4 ਸਾਲ ਤੋਂ ਆ ਕੇ ਰਿਹਾਇਸ਼ ਪਜ਼ੀਰ ਹੋਏ ਨੇ, ਔਰ ਉਹ ਵੀ ਇਸ ਵਜ੍ਹਾ ਨਾਲ ਰਿਹਾਇਸ਼ ਪਜ਼ੀਰ ਹੋਏ ਨੇ ਕਿ ਆ ਕੇ ਜਿਹੜੇ ਉਹ ਆਪਣਾ ਕਿ ਜਿਹੜਾ ਸਰਕਾਰੀ ਮਹਿਕਮੇ ਨੇ ਪੁੱਛਿਆ ਨਹੀਂ, ਜਾਂ ਸਰਕਾਰੀ ਮਹਿਕਮੇ ਦੀ ਇਹ ਹੋ ਨਹੀਂ ਸਕਦਾ ਕਿ ਸਰਕਾਰੀ ਮਹਿਕਮਾ ਅਗਰ ਨਾ ਪੁੱਛੇ ਤੇ ਤੁਸੀਂ ਅਗਰ ਰਿਹਾਇਸ਼ ਕਰ ਲਵੋ। ਇਹ ਡੈਫੀਨੇਟ ਸਰਕਾਰ ਦੇ ਵਿੱਚੋਂ ਕੋਈ ਨਾ ਕੋਈ ਐਸੇ ਕਰਪਟ ਅਨਾਸਰ ਨੇ ਜਿਨ੍ਹਾਂ ਨੇ ਇਹਨਾਂ ਨੂੰ ਬੈਨ ਦੀ ਇਜਾਜ਼ਤ ਦਿੱਤੀ। ਤੁਸੀਂ ਉਹਨਾਂ ਦੀ ਗੱਲ ਸੁਣ ਰਹੇ ਹੋ ਅਬਦੁਲ ਮੁਤਲਬ ਸਾਹਿਬ ਦੀ, ਉਹਨਾਂ ਨੇ ਕਿਹਾ ਉਹਨਾਂ ਕੋਲ ਸਟੈਂਪ ਪੇਪਰ ਹੈ, ਉਹ ਗੁਜ਼ਸ਼ਤਾ 14 ਸਾਲ ਤੋਂ ਬੈਠੇ ਨੇ। ਹੁਣ ਸਟੈਂਪ ਪੇਪਰ ਅਥਾਰਟੀ ਕਿਹੜੀ ਐਸੀ ਅਥਾਰਟੀ ਹੈ ਜਿਹੜੀ ਕਿ ਸਟੈਂਪ ਪੇਪਰ ਤੁਸੀਂ ਇੱਕ ਜਗ੍ਹਾ ਲੈ ਕੇ ਤੇ ਤੁਸੀਂ ਉਹਦੇ ਮਾਲਕ ਬਣ ਜਾਵੋ? ਇਸ ਤਰ੍ਹਾਂ ਨਹੀਂ ਹੁੰਦਾ, ਇਹ ਬਿਲਕੁਲ ਗਲਤ ਗਾਈਡ ਕੀਤਾ ਜਾ ਰਿਹਾ।
ਰਿਹਾ। ਆਓ ਤੁਹਾਨੂੰ ਅੱਗੇ ਵਿਜ਼ਿਟ ਕਰਾਈਏ ਦੁਕਾਨਾਂ ਦਾ ਵੀ ਤੇ ਮਜ਼ੀਦ ਘਰਾਂ ਦਾ। ਅੱਛਾ ਜੀ, ਅਸੀਂ ਹੁਣ ਤੁਹਾਨੂੰ ਉਹ ਵਿਜ਼ਿਟ ਕਰਾਉਂਦੇ ਤੁਹਾਨੂੰ ਇੱਥੇ ਆ ਗਏ ਹਾਂ ਜਿਹੜੇ ਕਿ ਸਤਰੂ ਕੋਤਲਾ ਡਰੇਨ ਦੇ ਉੱਤੇ ਜਿਹੜਾ ਗੁਜ਼ਸ਼ਤਾ 14-15 ਸਾਲ ਤੋਂ ਜਿਨ੍ਹਾਂ ਦਾ ਕਲੇਮ ਸੀ ਰਹਿ ਰਹੇ ਹਾਂ। ਹੁਣ ਇੱਥੇ ਸਾਡੇ ਕੋਲ ਮਾਂ ਜੀ ਉਹ ਦੁਕਾਨਦਾਰੀ ਵੀ ਕਰ ਰਹੇ ਨੇ, ਇੱਥੇ ਦੁਕਾਨਾਂ ਵੀ ਬਣੀਆਂ ਹੋਈਆਂ ਨੇ। ਆਓ ਤੁਹਾਨੂੰ ਮਾਂ ਨਾਲ ਗੱਲ ਕਰਕੇ ਦੱਸਦੇ ਹਾਂ ਕਿ ਮਾਂ ਜੀ ਸਲਾਮ ਅਲੈਕਮ। ਮਾਂ ਜੀ ਕੀ ਹਾਲ ਨੇ, ਠੀਕ ਹੋ? ਮਾਂ ਜੀ ਕਿਦੋਂ ਦੇ ਇੱਥੇ ਬੈਠੇ ਹੋ ਤੁਸੀਂ? ਸਾਨੂੰ 30 ਸਾਲ ਹੋ ਗਏ ਨਾ। 30 ਸਾਲ ਤੋਂ ਬੈਠੇ ਹੋ? ਜੀ ਜੀ। ਤੇ ਮਾਂ ਜੀ 30 ਸਾਲ ਤੋਂ ਤੁਸੀਂ ਕਿਸ ਤੁਹਾਡੇ ਕੋਲ ਕੋਈ ਰਜਿਸਟਰੀ ਹੈ ਕਿ ਇਹ ਸਟੈਂਪ ਪੇਪਰ ਹੈ ਕਿ ਇਹ ਤੁਸੀਂ ਤੁਹਾਨੂੰ ਕਿਹਨੇ ਪਾਇਆ ਇੱਥੇ? ਮੈਨੂੰ ਤਾਂ ਨਹੀਂ ਪਤਾ, ਮਰਦਾ ਨਾਲ ਗੱਲ ਕਰੋ। ਹੈ ਨੇ ਘਰ 'ਚ ਕੋਈ? ਅੱਛਾ ਜੀ ਮਾਂ ਜੀ, ਤੁਸੀਂ ਇੱਥੇ 30 ਸਾਲ ਤੋਂ ਬੈਠੇ ਹੋ ਤੇ ਤੁਹਾਨੂੰ ਕਿਸੇ ਨੇ ਨਹੀਂ ਪੁੱਛਿਆ ਕਿ ਇਹ ਗੈਰ ਸਰਕਾਰੀ, ਇਹ ਤਾਂ ਸਰਕਾਰੀ ਜਗ੍ਹਾ, ਇੱਥੇ ਤਾਂ ਕੋਈ ਰਹਿ ਹੀ ਨਹੀਂ ਸਕਦਾ ਇੱਥੇ ਕੋਈ? ਤੁਹਾਨੂੰ ਕਿਸੇ ਨੇ ਮਹਿਕਮੇ ਵਾਲੇ ਨਹੀਂ ਪੁੱਛਿਆ ਆ ਕੇ? ਤੁਸੀਂ ਮਾਂ ਜੀ ਇੱਥੇ ਰਹਿੰਦੇ ਹੋ? ਅਸੀਂ ਤੇ ਕਿਰਾਏਦਾਰ ਆ, ਨਹੀਂ ਕਿਰਾਏਦਾਰ ਹੋ, ਫਿਰ ਇੱਥੇ ਰਹਿੰਦੇ ਹੋ ਨਾ? ਇੱਥੇ ਰਹਿੰਦੇ। ਤੁਹਾਨੂੰ ਕਿਰਾਇਆ ਤੇ ਕਿਸੇ ਨੇ ਡੈਫੀਨਿਟਲੀ ਕਿਸੇ ਬੰਦੇ ਨੇ ਕਿਰਾਇਆ ਦਿੱਤਾ ਹੋਏਗਾ ਘਰ। ਹਾਂਜੀ, ਤੁਸੀਂ ਕਿੰਨੇ ਸਾਲ ਤੋਂ ਕਿਰਾਏ ਤੇ ਰਹਿ ਰਹੇ ਹੋ? ਅਸੀਂ ਸਾਨੂੰ ਤਾਂ ਹੋ ਗਿਆ ਸਾਲ ਇੱਕ। 1 ਸਾਲ ਹੋਇਆ। ਇੱਕ। ਅੱਛਾ ਜੀ, ਸਾਡੇ ਨਾਲ ਇੱਕ ਮਾਂ ਬਾਜੀ ਮੌਜੂਦ ਨੇ ਜਿਹਨਾਂ ਦਾ ਕਹਿਣਾ ਹੈ ਕਿ ਉਹ 1 ਸਾਲ ਤੋਂ ਕਿਰਾਏਦਾਰ ਨੇ। ਤੁਸੀਂ ਇਹ ਦੇਖੋ ਕਿ ਦੀਦਾ ਦਲੀਲ ਚੈੱਕ ਕਰੋ ਕਿ ਸਰਕਾਰੀ ਜਗ੍ਹਾ ਤੇ ਨਜਾਇਜ਼ ਘਰ ਬਣਾ ਕੇ, ਗੈਰ ਕਾਨੂੰਨੀ ਘਰ ਬਣਾ ਕੇ ਬਕਾਇਦਾ ਤੌਰ ਤੇ ਕਿਰਾਏ ਤੇ ਵੀ ਦਿੱਤੇ ਗਏ ਨੇ, ਲੇਕਿਨ ਕੋਈ ਮਹਿਕਮਾ ਨਹੀਂ ਪੁੱਛ ਰਿਹਾ, ਨਾ ਵਾਸਾ ਪੁੱਛ ਰਿਹਾ, ਨਾ ਇਰੀਗੇਸ਼ਨ ਪੁੱਛ ਰਿਹਾ, ਜਾਂ ਜਿਹੜੇ ਮੁਤਲਕਾ ਮਹਿਕਮੇ ਨੇ। ਇਰੀਗੇਸ਼ਨ ਤੋਂ ਅਸੀਂ ਕਲੇਮ ਨਹੀਂ ਕਰ ਸਕਦੇ ਕਿਉਂਕਿ ਇਰੀਗੇਸ਼ਨ ਜਿਹੜਾ ਹੈ ਉਹ ਤੇ ਜਗ੍ਹਾ ਦੇ ਚੁੱਕਿਆ ਵਾਸਾ ਨੂੰ। ਵਾਸਾ ਨੇ ਡਰੇਨ ਬਣਾ ਕੇ ਇੱਥੇ ਉਹਨਾਂ ਨੇ ਆਪਣਾ ਕੰਮ ਕੀਤਾ, ਲੇਕਿਨ ਉਹਨਾਂ ਨੇ ਇੱਥੇ ਲੋਕਾਂ ਨੂੰ ਘਰ ਵੀ ਦੇ ਦਿੱਤੇ। ਤੁਸੀਂ ਇੱਕ ਚੀਜ਼ ਹੋਰ ਨੋਟ ਕੀਤੀ ਹੈ ਜਿਹੜੀ ਖੈਰ ਮੈਂ ਸ਼ਾਇਦ ਬੜੀ ਸ਼ਿੱਦਤ ਨਾਲ ਨੋਟ ਕਰ ਰਿਹਾ ਹਾਂ ਕਿ ਇੱਥੇ ਹਰ ਘਰ 'ਚ ਬਿਜਲੀ ਮੌਜੂਦ ਹੈ, ਫਰਿੱਜਾਂ ਵੀ ਚੱਲ ਰਹੀਆਂ ਨੇ, ਆਪਣਾ ਮੋਟਰਾਂ ਵੀ ਚੱਲ ਰਹੀਆਂ ਨੇ, ਹਰ ਚੀਜ਼ ਚੱਲ ਰਹੀ ਹੈ, ਲੇਕਿਨ ਕਿਸੇ ਘਰ ਦੇ ਬਾਹਰ ਮੇਰਾ ਕੈਮਰਾਮੈਨ ਤੁਹਾਨੂੰ ਦਿਖਾ ਸਕਦਾ ਕਿ ਮੀਟਰ ਨਹੀਂ ਜੀ ਲੱਗਾ ਹੋਇਆ। ਸਭ ਤੋਂ ਵੱਡਾ ਸਬੂਤ ਇਹ ਹੈਗਾ ਜੀ ਕਿ ਅਗਰ ਵਾਪਡਾ ਦਾ ਇੱਥੇ ਮੀਟਰ ਨਹੀਂ ਲੱਗਾ ਤਾਂ ਇਹਦਾ ਮਤਲਬ ਇਹ ਲੋਕ ਇਲੀਗਲ ਇੱਥੇ ਬੈਠੇ ਹੋਏ ਨੇ। ਇਹਨਾਂ ਨੂੰ ਬਲਕਿ ਕਿਸੇ ਨਾ ਕਿਸੇ ਮਹਿਕਮੇ ਨੇ ਮਿਲੀ ਭਗਤ ਨਾਲ ਇਹਨਾਂ ਨੂੰ ਬਿਠਾਇਆ ਗਿਆ ਔਰ ਗੁਜ਼ਸ਼ਤਾ ਕਿੰਨੇ ਸਾਲਾਂ ਤੋਂ ਬੈਠੇ ਨੇ ਇਹ ਨਹੀਂ ਸਮਝ ਆ ਰਹੀ, ਲੇਕਿਨ ਕਿਸੇ ਵੀ ਘਰ ਦੇ ਵਿੱਚ ਮੀਟਰ ਨਹੀਂ ਲੱਗਾ। ਹਾਂ, ਅਲਬੱਤਾ ਕਿਸੇ ਨਾ ਕਿਸੇ ਜਗ੍ਹਾ ਤੋਂ ਇਹਨਾਂ ਨੇ ਤਾਰ ਲੈ ਕੇ ਤੇ ਆਪਣਾ ਬਿਜਲੀ ਦਾ ਕੰਮ ਚਲਾਇਆ। ਸਾਡੇ ਨਾਲ ਇੱਕ ਹੋਰ ਭਾਈਜਾਨ ਮੌਜੂਦ ਹੈ। ਅਸਲਾਮ ਅਲੈਕੁਮ ਸਰ, ਕੀ ਹਾਲ ਚਾਲ ਨੇ? ਠੀਕ ਹੋ ਸਰ? ਸਰ ਤੁਸੀਂ ਇੱਥੇ ਦੇ ਰਹਿਸ਼ੀ ਹੋ ਸਰ? ਤੁਸੀਂ ਹਾਂਜੀ। ਤੇ ਕਿੰਨੀ ਦੇਰ ਦੇ ਰਹਿਸ਼ੀ ਹੋ? 30 ਸਾਲ ਤੋਂ ਬੈਠੇ ਸੀ ਇੱਥੇ। 30 ਸਾਲ ਤੋਂ ਮਾਸ਼ਾਅੱਲਾ। ਹਾਂਜੀ, ਉਦੋਂ ਇੱਥੇ ਕੋਈ ਬੰਦਾ ਨਹੀਂ ਸੀ, ਜੰਗਲ ਬਿਆਬਾਨ ਸੀ। ਤੁਸੀਂ ਕਿਹੜੀ ਸਾਈਡ ਤੇ ਰਹਿੰਦੇ ਹੋ? ਇਸ ਸਾਈਡ ਤੇ ਰਹਿੰਦੇ ਹੋ? ਇਸ ਸਾਈਡ ਤੇ? ਅਸੀਂ ਇੱਥੇ ਇਹ ਘਰ ਹੀ ਸਮਝ ਆਪਣੇ। ਨਹੀਂ, ਇਹ ਫਿਰ ਇਹ ਦਾ ਕੋਈ ਇਸ਼ੂ ਨਹੀਂ ਹੈ। ਹਾਂਜੀ। ਅਸੀਂ ਸਿਰਫ ਜਿਹੜੀ ਗੁਫ਼ਤਗੂ ਕਰ ਰਹੇ ਹਾਂ ਜਿਹੜੇ ਨਾਲ ਜਿਹੜੀ ਟ੍ਰੇਨ ਬਣੀ ਹੋਈ ਨਾ, ਉਸ ਟ੍ਰੇਨ ਦੇ ਉੱਤੇ ਜਿਹੜੇ ਘਰ ਨੇ ਅਸੀਂ ਉਹਨਾਂ ਦੇ ਇਸ਼ੂ ਕਰ ਰਹੇ ਹਾਂ। ਰੋਹਿਤ ਉੱਤੇ ਜਿਹੜੇ ਨਾਲ, ਇਹਨੂੰ ਸਤਕ ਕੋਤਲਾ ਟ੍ਰੇਨ ਕਹਿੰਦੇ ਨੇ। ਇਹ ਵੀ ਇੱਥੇ 30 ਸਾਲ ਤੋਂ ਵੱਧ ਹੀ ਹੈ। ਤੇ ਸਰ ਇਹ ਦੱਸੋ ਕਿ ਇੱਥੇ ਐਲਡੀ ਨਾਲ ਵੀ ਲੜੇ ਹੋਏ ਆ। ਬੱਸ ਨਾਲ ਵੀ ਲੜੇ ਹੋਏ? ਇਹ ਐਲਡੀ ਦੇ ਵਿੱਚ ਕੋਈ ਰੋਲਾ ਨਹੀਂ, ਵਾਸਾ ਦਾ ਵੀ ਕੋਈ ਰੋਲਾ ਨਹੀਂ। ਅੱਛਾ, ਵਾਸਾ ਦੀ ਸ਼ਾਮ ਲਾਟ ਜਗ੍ਹਾ ਹੈ ਹਕੂਮਤ ਦੀ, ਇਹ ਕਿਸੇ ਦੀ ਕੋਈ ਜਗ੍ਹਾ ਨਹੀਂ ਹੈਗੀ। ਇਹ ਜਗ੍ਹਾ ਸਰ ਸ਼ਾਮ ਲਾਟ ਦੀ ਅਸੀਂ ਰਿਕਾਰਡ ਸਾਰਾ ਚੈੱਕ ਕਰਕੇ ਆਏ ਆ। ਇਹ ਦੇਖੋ ਸਾਡੇ ਕੋਲ ਰਿਕਾਰਡ ਮੌਜੂਦ ਹੈ। ਇਹ ਜਗ੍ਹਾ ਨਹੀਂ ਰਿਕਾਰਡ ਨਹੀਂ ਬਣਿਆ। ਇਹ 1965 ਦਾ ਤੇ 1970 ਦਾ ਰਿਕਾਰਡ ਹੈ। ਹਾਂ, 1965। ਹਾਂਜੀ ਠੀਕ ਹੈ। 1965 ਪੁਰਾਣਾ ਹੈ। ਪੁਰਾਣਾ ਅੱਛਾ ਦੱਸੋ ਕੀ ਇੱਥੇ ਸਰ? ਦੱਸੋ ਕੀ ਇਹ ਮੈਂ ਇੱਥੋਂ 1983 ਦਾ ਰਹਿਸ਼ੀ 92 ਦਾ ਲੇਕਿਨ ਇਹ ਮੋਜ਼ਾ ਰੱਖ ਖੰਬਾ ਦੀ ਜ਼ਰੀਏ ਨਹਿਰੀ ਜਗ੍ਹਾ ਹੈਗੀ ਹੈ ਇਹ ਵਾਲਾ ਜੀ। ਠੀਕ ਹੈ। ਇਹ ਲਾਲ ਲਕੀਰ ਵਾਲੀ ਹੈ, ਇਹ ਵਾਂਸਾ ਦੀ ਹੈ, ਇਹ ਵਾਸਾ ਸਰਕਾਰੀ। ਠੀਕ ਹੈ, ਵਾਸਾ ਦੀ ਸਰਕਾਰੀ ਜਗ੍ਹਾ ਜੀ। ਯਾਨੀ ਕਿ ਇਹ ਕਿਸੇ ਦੀ ਜਗ੍ਹਾ ਨਹੀਂ ਹੋ ਸਕਦੀ। ਕਿੰਨੇ ਸਾਰੇ ਲੋਕ ਇੱਥੇ ਕਲੇਮ ਕਰੇ ਸੀ ਮੁੱਲ ਲਈ ਬਲਕਿ ਕੋਈ ਮੁੱਲ ਨਹੀਂ, ਅਸੀਂ ਵੈਸੇ ਸਿਰ ਲੁਕਾ ਕੇ ਬੈਠੇ ਹਾਂ। ਹਾਂ, ਜੋ ਵੀ ਹੈ ਨਾ, ਹਾਂ। ਕੋਈ ਖਰੀਦਦਾਰੀ ਨਹੀਂ ਹੈ। ਅਸੀਂ ਜਿਸ ਤਰ੍ਹਾਂ ਵੀ ਆਪਣਾ ਬਣਾ ਕੇ ਬੈਠੇ ਹਾਂ, ਜਿੰਨੇ ਵੀ ਲੋਕ ਹੈ। ਤੇ ਤੁਹਾਨੂੰ ਇਹ ਕਿਸ ਤਰ੍ਹਾਂ ਬਣਾਉਣ ਕੇ ਦਿੱਤੀ? ਆਜੋ ਭਾਈ ਉਦੋਂ ਬਣਾਈ। 30 ਸਾਲ ਬੰਦਾ ਹੀ ਕੋਈ ਨਹੀਂ ਸੀ। 30 ਸਾਲ ਪਹਿਲੇ ਕੋਈ ਨਹੀਂ ਆਇਆ ਇੱਥੇ। ਤੁਸੀਂ 92 ਤੇ ਬੈਠੇ ਹੋ? ਜੀ 92 ਤੋਂ ਰਹਿਸ਼ੀ। ਤਾਂ ਤੁਸੀਂ ਕਿੱਥੇ ਰਾਸ਼ੀ ਤੁਸੀਂ ਕਦੋਂ ਤੇ ਬੈਠੇ ਹੋ? ਸਰ ਜੀ 1992 95 ਤੋਂ ਬੈਠੇ। ਤੁਸੀਂ ਅਗਰ 1992 95 ਚ ਬੈਠੇ ਹੋ ਤੇ ਫਿਰ ਤੇ ਯਾਰ ਤੁਹਾਡੀ ਜਗ੍ਹਾ ਜ਼ਾਤੀ ਹੋ ਜਾਣੀ ਚਾਹੀਦੀ। ਅਗਰ ਫਰਜ਼ ਕਰ ਲਓ ਤੁਹਾਨੂੰ ਕਿਸੇ ਨੇ ਮਹਿਕਮੇ ਨੇ ਨਹੀਂ ਪੁੱਛਿਆ ਤੇ ਤੁਹਾਡੇ ਕੋਲ ਨਹੀਂ ਪੁੱਛਦਾ, ਜਿਹੜੇ ਵੱਡੇ ਟਿੱਡਾਂ ਵਾਲੇ ਨਾ ਉਹ ਸਾਨੂੰ ਇੱਥੇ ਸਹੂਲਤ ਨਹੀਂ ਦਿੰਦੇ। ਕੀ ਸਹੂਲਤ ਹੋਣੀ ਚਾਹੀਦੀ? ਸਾਨੂੰ ਬੱਤੀ, ਪਾਣੀ, ਗੈਸ ਕੋਈ ਸਹੂਲਤ ਮੁਹੱਈਆ ਨਹੀਂ ਹੈ। ਕੋਈ ਸ਼ੱਕ ਨਹੀਂ ਕਿ ਮੈਂ ਤਕਰੀਬਨ ਕੋਈ ਸਾਰੀ ਗਲੀ ਵਿਜ਼ਿਟ ਕਰ ਚੁੱਕਿਆ ਤੇ ਉਹ ਕਿਸੇ ਗਲੀ ਦੇ ਵਿੱਚ 1 ਮੀਟਰ ਨਹੀਂ ਲੱਗਾ ਹੋਇਆ। ਤੇ ਸਰ ਸਿਰਫ ਇੱਕ ਮਸਜਿਦ ਹੈਗਾ, ਇੱਕ ਮਸਜਿਦ ਸਾਡੀ ਦਾ, ਉਹ ਵੀ ਆਇਆ ਹੁਣ 1 ਸਾਲ ਹੋਇਆ। ਡੈਫੀਨਿਟ ਮਸਜਿਦ ਦਾ ਕਰਕੇ ਉਹਨਾਂ ਨੇ ਕੋਈ ਕਿਉਂਕਿ 20 ਸਾਲ ਤੋਂ ਅਸੀਂ ਤਰਲੇ ਮਾਰ ਲੋਕੇ MP MNA ਸਭ ਦੇ, ਸਾਨੂੰ ਕਿਸੇ ਸਹੂਲਤ ਨਹੀਂ ਦਿੱਤੀ। ਤੁਸੀਂ ਬਿਜਲੀ ਕਿਵੇਂ ਚਲਾ ਰਹੇ ਹੋ? ਸੋਲਰ ਪਲੇਟਾਂ ਲੱਗੀਆਂ ਨੇ ਸਾਰਿਆਂ ਦੇ ਛੱਤਾਂ ਤੇ ਚੈੱਕ ਕਰੋ। ਡਰੋਨ ਚਲਾ ਕੇ ਸਾਰਿਆਂ ਦੇ ਸੋਲਰ ਪਲੇਟਾਂ ਲੱਗੀਆਂ। ਸੋਲਰ ਤੇ ਦਿਨੇ ਚਲਾ ਲਈਦਾ, ਰਾਤੀ ਛੱਤਾਂ ਤੇ ਸੌਂ ਲਈਦਾ। ਅੱਛਾ ਜੀ, ਇਹ ਇੱਥੇ ਤੇ ਰਾਸ਼ੀ ਇਹ ਕਹਿੰਦੇ ਪਏ ਨੇ ਕਿ ਦਿਨੇ ਅਸੀਂ ਇੱਥੇ ਅੱਛਾ ਇਹ ਕਹਿੰਦੇ ਨੇ ਕਿ ਸੋਲਰ ਪਲੇਟਾਂ ਲੱਗੀਆਂ ਹੋਈਆਂ ਨੇ, ਮੀਟਰ ਕਿਤੇ ਨਹੀਂ ਲੱਗਾ ਹੋਇਆ। ਸੱਤੂ ਕਤਲਾ ਜੀ ਡਰੇਨ ਹੈ, ਇਸ ਡਰੇਨ ਦੇ ਉੱਤੋਂ ਜਿਹੜਾ ਹੈ ਤੁਸੀਂ ਮੇਰਾ ਕੈਮਰਾਮੈਨ ਤੁਹਾਨੂੰ ਹੁਣ ਦਿਖਾਏਗਾ ਕਿ ਜਿਹੜੀਆਂ ਹੈਵੀ ਵੋਲਟੇਜ ਜਿਹੜੀਆਂ ਕਹਿ ਸਕਦੇ ਹੋ ਕਿ 11000 kV ਦੀਆਂ ਜਿਹੜੀਆਂ ਤਾਰਾਂ ਨੇ ਉਹ ਜਾ ਰਹੀਆਂ ਨੇ।
ਬਿਲਕੁਲ ਛਰਨ ਦੇ ਅਗਰ ਕੋਈ ਬੰਦਾ ਛਾਤੇ ਦੇ ਉੱਤੇ ਖੜਾ ਹੋ ਜਾਵੇ ਤੇ ਉਹਦਾ ਸਿਰ ਜਿਹੜਾ ਹੈ ਉਹ ਸਤਾਰ ਨਾਲ ਲੱਗ ਜਾਵੇ ਔਰ ਕੋਈ ਵੀ ਹਾਦਸਾ ਹੋ ਸਕਦਾ ਹੈ। ਅੱਛਾ ਤੁਸੀਂ ਖੰਭਾ ਵੀ ਦੇਖ ਸਕਦੇ ਹੋ, ਇਹ ਖੰਭੇ ਵੀ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ 150 ਫੁੱਟ ਬੁਲੰਦ ਜਿਹੜੇ ਖੰਭੇ ਨੇ ਔਰ ਲੱਗੇ ਹੋਏ ਨੇ। ਇੱਥੇ ਹੈਵੀ ਵੋਲਟੇਜ ਤਾਰਾਂ ਵੀ ਨੇ, ਲੇਕਿਨ ਰਹਾਇਸ਼ੀਆਂ ਦੇ ਵੀ ਦੇ ਮੁਤਾਬਕ ਇੱਥੇ 1 ਵੀ ਮੀਟਰ ਪੂਰੀ ਗਲੀ 'ਚ ਨਹੀਂ ਲੱਗਾ ਹੋਇਆ। ਔਰ ਸੈਕੰਡਲੀ ਜਿਹੜੀ ਗੱਲ ਹੈ ਕਿ ਅਗਰ ਮੀਟਰ ਨਹੀਂ ਲੱਗਾ ਤਾਂ ਸੋਲਰ ਪਲੇਟਾਂ ਨਾਲ ਮੇਰੀ ਸਮਝ ਤੋਂ ਬਾਲਾ ਤਾਰੇ ਕਿ ਮੋਟਰ ਕਿਵੇਂ ਚੱਲ ਜਾਂਦੀ ਹੈ, ਫ੍ਰਿਜ ਕਿਵੇਂ ਚੱਲ ਜਾਂਦੀ ਹੈ। गिरफ्तारी आर्डर भुगते हुए ना, पर्चे भोगे हुए ना, ਹਾਈ ਕੋਰਟ ਦੇ ਵਿੱਚ ਸੈਸ਼ਨ ਕੋਰਟ सेशन कोर्ट हाई कोर्ट दोनों च, ਕਿਹੜੀ ਜਗ੍ਹਾ ਦੇ ਵਾਲੇ ਨੇ, ਇਸ ਜਗ੍ਹਾ ਦੇ ਵਾਲੇ ਨੇ ਜਾਂ ਇਸ ਜਗ੍ਹਾ ਦੇ? दोनों जगह ਤੇ ਹਾਈ ਕੋਰਟ ਨੇ ਕੀ ਆਰਡਰ ਦਿੱਤਾ? ਹਾਈ ਕੋਰਟ ਨੇ ਸਟੇ ਦਿੱਤਾ ਸਾਨੂੰ ਕਿ ਤੁਹਾਨੂੰ ਨਹੀਂ ਪੁੱਛਿਆ ਜਾਏਗਾ। ਉਸ ਤੋਂ ਬਾਅਦ ਸਾਡੇ ਨਾ ਕੋਈ ਗਿਰਾਇਆ ਗਿਆ, ਪਹਿਲੇ 2 ਦਫਾ ਗਿਰਾਇਆ ਗਿਆ 2004 ਵਿੱਚ ਜਾ ਕੇ ਹਾਈ ਕੋਰਟ ਤੋਂ ਸੈਸ਼ਨ ਕੋਰਟ ਤੋਂ ਰਿਕਾਰਡ ਕਢਾਓ। ਡੈਫੀਨਿਟ ਹਾਂ ਜਿਹੜਾ 3-4 ਸਾਲ ਉਹ ਗਲਤ ਬਿਆਨੀ ਹੋਏਗੀ, ਉਹ ਗਲਤ ਬਿਆਨੀ। ਅੱਛਾ ਨਾਜ਼ਰੀਨ ਤੁਸੀਂ ਇਹ ਰਾਇਸ਼ਨ ਦੀ ਗੱਲ ਸੁਣੀਏ, ਕੋਈ ਬਕਾਇਦਾ ਉਹ ਕਹਿੰਦੇ ਪਏ ਨੇ ਕਿ ਸਾਡਾ ਸੈਸ਼ਨ ਕੋਰਟ 'ਚ ਵੀ ਸਾਨੂੰ ਸਟੇ ਦਿੱਤਾ ਹੈ ਔਰ ਹਾਈ ਕੋਰਟ ਨੇ ਵੀ ਸਟੇ ਦਿੱਤਾ ਹੈ। ਇਹਦਾ ਮਤਲਬ ਹੈ ਕਿ ਇਹ ਸਾਡੇ ਸਾਹਮਣੇ ਇੱਕ ਨਵਾਂ ਇੰਕਸ਼ਾਫ ਹੋਇਆ ਹੈ। ਅੱਛਾ ਜੀ ਜਿਹੜਾ ਕੱਚੀ ਆਬਾਦੀ ਅਲਾਓ ਕਰਦੇ ਨੇ, ਇਹਨਾਂ ਨੇ ਸਾਨੂੰ ਕੱਚੀ ਆਬਾਦੀ ਮਾਲਕਾਂ ਨੇ ਹਕੂਕ ਦਿੱਤੇ, ਉਸ ਤੋਂ ਬਾਅਦ ਸਾਡੇ ਡਾਕੂਮੈਂਟ ਰੋਕੇ ਗਏ। ਉਹ ਡਾਕੂਮੈਂਟ ਹੈ ਤੁਹਾਡੇ ਕੋਲ ਕੋਈ? ਨਹੀਂ ਡੁਪਲੀਕੇਟ ਹੈ। ਇੱਕ ਸੂਈ ਤੇ ਦਿਖਾ ਦਿਓ ਨਾ ਤਾਂ ਕਿ ਦੇਖੋ ਜਿਵੇਂ ਮੈਂ ਡਾਕੂਮੈਂਟ ਲੈ ਕੇ ਫਿਰ ਰਿਹਾ, ਦੇਖੋ ਨਾ ਇਹ ਮੇਰੇ ਕੋਲ ਇੱਕ ਬਸ ਇਹ ਸਭ ਇਹ ਗਲਤ ਹੈ, ਇਧਰ ਦਾ ਹੋਏਗਾ ਗਲਤ। 30 ਸਾਲ ਅਸੀਂ ਗਲਤ ਨਹੀਂ ਕਹਿੰਦੇ ਯਾਰ, ਅਸੀਂ ਗਲਤ ਨਹੀਂ ਕਹਿੰਦੇ। ਇਹ ਰਿਕਾਰਡ ਗਲਤ ਹੋਏਗਾ, ਲੇਕਿਨ ਮੈਂ ਚਾਹ ਰਿਹਾ ਵਾਂ ਨਹੀਂ ਸਿਆਸਤਦਾਨ ਉਹਨਾਂ ਬਣਾ ਸਰ ਤੁਸੀਂ ਮੇਰੀ ਸੁਣੋ ਪਹਿਲਾਂ 30 ਸਾਲ ਕਿੱਥੇ ਜਾਣੇ? ਸਰ ਮੇਰੀ ਅਸੀਂ ਸਰ ਸੁਣੋ, ਬਹਿਸ ਨਹੀਂ ਕਰ ਰਿਹਾ ਮੈਂ ਤੁਹਾਡੇ ਨਾਲ, ਮੈਂ ਸਿਰਫ ਇਹ ਕਹਿ ਰਿਹਾ ਵਾਂ ਪਹਿਲੇ ਮੇਰੀ ਸੁਣ ਲਓ। ਇਹ ਰਿਕਾਰਡ ਝੂਠਾ ਹੋਏਗਾ, ਡੈਫੀਨਿਟ ਝੂਠਾ ਹੋਏਗਾ, ਲੇਕਿਨ ਮੈਂ ਇਹ ਕਹਿ ਰਿਹਾ ਵਾਂ ਕਿ ਜਿਹੜਾ ਤੁਹਾਡੇ ਕੋਲ ਰਿਕਾਰਡ ਉਹ ਤੇ ਕੋਈ ਖਤ ਪੱਤਰ ਦਿਖਾ ਦਿਓ। ਸਾਡੇ ਕੋਲ ਕੋਈ ਰਿਕਾਰਡ ਨਹੀਂ, ਅਸੀਂ 30 ਸਾਲਾਂ ਤੋਂ ਅਸੀਂ ਬੈਠੇ ਹਾਂ, ਸਾਡੇ ਕੋਲ ਇਸ ਤਰ੍ਹਾਂ ਦਾ ਕੋਈ ਅੱਛਾ ਰਿਕਾਰਡ ਨਾਜ਼ਰੀਨ ਦੇਖੋ ਨਾਮ ਸਾਡੇ ਕੋਲ ਹੈ। ਮੈਂ ਕੋਈ ਦਿਖਾ ਦਿਓ ਸਾਨੂੰ, ਮੈਂ ਕੋਈ ਦਿਖਾ ਦਿਓ ਅੱਛਾ ਇਹਦੇ ਚ ਇਹ ਦੇਖਣਾ ਹਾਂ ਠੀਕ ਹੈ। ਇਹਨਾਂ ਦਾ ਕੋਈ ਸ਼ੱਕ ਨਹੀਂ, ਇਹਨਾਂ ਦਾ ਰਾਈਟ ਬਣਦਾ ਕਿ ਅਗਰ 30 35 ਸਾਲ ਤੋਂ ਇੱਥੇ ਬੈਠੇ ਨੇ ਤੇ ਫਿਰ ਇਹਨਾਂ ਦਾ ਇਹੀ ਬਣਦਾ ਕਿ ਕਮ ਸੇ ਕਮ ਇਹਨਾਂ ਨੂੰ ਮਾਲਕਾਂ ਨਾਲ ਹਕੂਕ ਦਿੱਤੇ ਜਾਣ। ਲੇਕਿਨ ਜਦੋਂ ਅਸੀਂ ਇਹਨਾਂ ਨੂੰ ਡਾਕੂਮੈਂਟਸ ਦੀ ਗੱਲ ਕੀਤੀ ਹੈ ਤੇ ਪੂਰੇ ਇਲਾਕੇ 'ਚ ਜਿਹੜਾ ਕਿ ਕਿਸੇ ਇੱਕ ਦੋਸਤ ਨੇ ਵੀ ਸਾਨੂੰ ਡਾਕੂਮੈਂਟ ਨਹੀਂ ਦਿਖਾਏ। ਜੀ ਸਰ ਤੁਸੀਂ ਇੱਥੇ ਕਿਰਾਏ ਤੇ ਬੈਠੇ ਹੋ ਜਾਂ ਤੁਸੀਂ ਮਾਲਕਾਂ ਨਾਲ ਤੁਹਾਡੀ ਆਪਣੀ ਦੁਕਾਨ ਹੈ? ਦੁਕਾਨਾਂ ਨਾ ਖਰੀਦੀਆਂ ਨੇ ਤੁਸੀਂ ਸਰਕਾਰ ਕੋ ਖਰੀਦੀਆਂ ਨੇ ਜਾਂ ਕਿਸੇ ਪ੍ਰਾਈਵੇਟ ਬੰਦੇ ਕੋਲ? ਪ੍ਰਾਈਵੇਟ ਬੰਦੇ ਕੋਲ? ਅੱਛਾ ਇੱਕ ਤੁਸੀਂ 14 ਸਾਲ ਪਹਿਲੇ ਖਰੀਦੀਆਂ ਨੇ? 14 ਸਾਲ ਪਹਿਲੇ ਨਾਜ਼ਰੀਨ ਇਹਨਾਂ ਨੇ 14 ਸਾਲ ਪਹਿਲੇ ਤੋਂ ਇਹਨਾਂ ਨੇ ਖਰੀਦੀਆਂ ਨੇ। ਅੱਛਾ ਸਰ ਇਹ ਦੱਸੋ ਤੁਸੀਂ ਮਾਲਕਾਂ ਨਾਲ ਹਕੂਕ ਤੇ ਆ ਗਏ ਹੋ ਤੇ ਤੁਹਾਡੇ ਮੀਟਰ ਸ਼ੀਟਰ ਕਿਉਂ ਨਹੀਂ ਲੱਗਿਆ ਹਾਲ ਤੱਕ ਕਿਸੇ ਦੇ? ਤੁਹਾਨੂੰ ਆਪਣਾ ਨੂੰ ਚੈਲੰਜ ਕਰਨਾ ਚਾਹੀਦਾ ਹੈ ਜਾਂ ਕੋਰਟ 'ਚ ਜਾਣਾ ਚਾਹੀਦਾ ਕਿ ਤੁਹਾਡੇ ਕਮ ਸੇ ਕਮ ਤੁਹਾਨੂੰ ਸਹੂਲਤਾਂ ਦੇ ਦੇਣ ਜਾਂ ਗਵਰਨਮੈਂਟ ਤੁਹਾਨੂੰ ਸਹੂਲਤਾਂ ਦੇ ਦੇਵੇ, ਤੁਹਾਨੂੰ ਸਹੂਲਤਾਂ ਕਿਉਂ ਨਹੀਂ ਮਿਲ ਰਹੀਆਂ? ਵੋਟ ਲੈ ਕੇ ਖਾਉਂਦੇ ਨੇ, ਕੋਈ ਇੱਥੇ ਬੰਦਾ ਗੱਲ ਨਹੀਂ ਸੁਣਦਾ। ਹਰ ਸਾਲ ਇੱਥੇ ਤਕਰੀਬਨ 20-25 ਸਾਲ ਤੋਂ ਲੋਕ ਬੈਠੇ ਨੇ। ਇਹ ਰੋਡ ਨਹੀਂ ਹੈਗਾ ਸੀ ਜਦੋਂ ਦੇ ਕਿਸੇ ਕੋਲ ਮਰਜ਼ੀ ਦੀ ਗਲੀ ਵੀ ਨਹੀਂ ਪੋਲੀ ਬਣੀ ਹੋਈ। ਇਹ ਰੋਡ ਨੇ ਪਿਛਲੇ ਸਾਲ ਇਹਨਾਂ ਗਲੀਆਂ ਟਰੈਕਟਰ ਆਇਆ ਇਹਨਾਂ ਮਲਕਾਂ ਨੇ ਭੇਜੀਆਂ ਨੇ, ਗਲੀ ਟਰੈਕਟਰ ਵਾਹ ਕੇ ਚਲੇ ਗਏ, ਗਲੀਆਂ ਹੋਰ ਪੱਟ ਕੇ ਚਲੇ ਗਏ। ਵੋਟ ਆਈਆਂ ਨਹੀਂ ਹੋਰ ਪੱਟ ਕੇ ਚਲੇ ਗਏ। ਅੱਛਾ ਸਾਰਾ ਨਿਜ਼ਾਮ ਇੱਥੇ ਬਿਲਕੁਲ ਜਾ ਕੇ ਵੇਖੋ ਘਰਾਂ 'ਚ ਕੋਈ ਪਾਣੀ ਨਹੀਂ, ਕੋਈ ਨਿਜ਼ਾਮ ਨਹੀਂ। 100 ਘਰ ਹੈ ਤਕਰੀਬਨ। ਵੋਟ ਹਰ ਸਾਲ ਆਉਂਦੇ ਨੇ, ਜਿਹੜਾ ਵੀ ਆਉਂਦਾ ਬੰਦਾ ਇੱਥੋਂ ਵੋਟ ਲੈ ਕੇ ਚਲਾ ਜਾਂਦਾ। ਇੱਥੇ ਜਗ੍ਹਾ ਕਿੰਨੀ ਕੁ ਹੋਈ ਗਿਆ ਜਿਹੜੀ? ਇਹ ਤਕਰੀਬਨ ਹੋਣੀ ਹੈ, ਨਹੀਂ ਅੰਦਾਜ਼ਾ ਨਹੀਂ ਹੁਣ ਕਿੰਨੀ ਹੋਏਗੀ। 100 ਘਰ ਹੈਗਾ ਪਰ ਉਹਨਾਂ ਦਾ ਹਿਸਾਬ ਲਾ ਲਓ, 100 ਘਰ ਤੋਂ ਵੀ ਜ਼ਿਆਦਾ ਘਰ ਹੋਏਗਾ। ਔਰ ਕਿਸੇ ਘਰ 'ਚ ਵੀ ਮੀਟਰ ਨਹੀਂ ਹੈ ਹੀ ਨਹੀਂ, ਕਿਸੇ ਤੁਹਾਡੇ ਸੀਵਰੇਜ ਨਹੀਂ, ਕੋਈ ਸ਼ੈ ਨਹੀਂ ਦੀ। ਹਰ ਸਾਲ ਵੋਟ ਲੈਂਦੇ ਨੇ, ਹਰ ਸਾਲ। ਤੁਹਾਡੇ ਵੋਟ ਵੀ ਬਣੇ ਨੇ, ਤੁਸੀਂ ਇੱਥੇ ਤੇ 30 ਸਾਲ ਦੇ ਰਹਾਇਸ਼ੀ। ਸਾਰੇ ਇਹਨਾਂ ਦੀਆਂ ਸਾਰਿਆਂ ਦੀਆਂ ਬੁੜੀਆਂ ਸਾਡੇ ਕੋਲ ਆਉਣ, ਜਿਹੜਾ ਕਹਿੰਦੇ ਨੇ ਕਿ ਅਸੀਂ ਟਰਾਂਸਫਾਰਮਰ ਲਵਾਉਣ ਲੱਗੇ ਆ, ਇੰਜ ਕਰਨ ਲੱਗੇ ਆ। ਹਰ ਯਾਨੀ ਕਿ ਜਦੋਂ ਵੀ ਇਲੈਕਸ਼ਨ ਆਉਂਦਾ ਉਦੋਂ ਆਉਂਦੇ ਨੇ, ਉਸ ਤੋਂ ਬਾਅਦ ਕੋਈ ਜਾਣਦਾ ਨਹੀਂ ਕੋਈ। ਨਾਜ਼ਰੀਨ ਤੁਸੀਂ ਇੱਥੇ ਦੇ ਰਹਾਇਸ਼ ਦੀ ਗੱਲ ਸੁਣੀਏ, ਦੇਖੋ ਹੁਣ ਇਹ ਗੱਲ ਦਾ ਪਤਾ ਚੱਲ ਰਿਹਾ ਕਿ ਉਹਨਾਂ ਦਾ ਕਹਿਣਾ ਹੈ ਕਿ ਇੱਥੇ ਦੇ ਲੋਕ ਜਿਹੜੇ ਆਉਂਦੇ ਨੇ, ਜਿਹੜੇ ਮਤਲਬ MP MLA ਆਉਂਦੇ ਨੇ, ਆ ਕੇ ਵੋਟ ਮੰਗਦੇ ਨੇ, ਵੋਟ ਅਸੀਂ ਪਾ ਵੀ ਦਿੰਦੇ ਆ। ਇੱਥੇ ਇਲੈਕਸ਼ਨ ਦੀ ਕੰਪੇਨ ਹੁੰਦੀ ਹੈ, ਇੱਥੇ ਇਲੈਕਸ਼ਨ ਦੇ ਦਫ਼ਤਰ ਵੀ ਬੰਦੇ ਨੇ, ਲੇਕਿਨ ਜਿਸ ਵੇਲੇ ਇਲੈਕਸ਼ਨ ਖਤਮ ਹੁੰਦੇ ਨੇ, ਵੋਟ ਲੈਣ ਤੋਂ ਬਾਅਦ ਉਹ ਇਧਰ ਮੂੰਹ ਵੀ ਨਹੀਂ ਕਰਦੇ। ਔਰ ਇਹਨਾਂ ਦੀ ਗਲੀ ਤੁਹਾਨੂੰ ਦਿਖਾ ਚੁੱਕਿਆ ਕਿ ਕਿੰਨੀ ਖਸਤਾ ਗਲੀ ਹੈ। ਖਸਤਾ ਵਿੱਚ ਪਾਣੀ ਖੜਾ ਹੈ, ਸੀਵਰੇਜ ਦਾ ਪਾਣੀ ਖੜਾ ਹੈ। ਔਰ ਜਿਹੜਾ ਡਰੇਨ ਦੇ ਉੱਤੇ ਜਿਹੜੇ ਘਰ ਬਣੇ ਨੇ ਉਹਨਾਂ ਉੱਤੇ ਵੀ ਬਿਲਕੁਲ ਨਾ ਲਾਈਟ ਹੈ, ਨਾ ਸੀਵਰੇਜ, ਕਿਸੇ ਕਿਸਮ ਦੀ ਕੋਈ ਸਹੂਲਤ ਨਹੀਂ। ਔਰ ਲੋਕਾਂ ਦੇ ਮੁਤਾਬਕ ਉਹ ਲੋਕ 30 ਸਾਲ ਤੋਂ ਇੱਥੇ ਬੈਠੇ ਨੇ। ਔਰ ਲੋਕਾਂ ਦੇ ਘਰਾਂ ਦੇ ਉੱਤੋਂ ਜਿਹੜੀ ਤੁਹਾਨੂੰ ਮੇਰੇ ਕੈਮਰਾਮੈਨ ਦਿਖਾ ਚੁੱਕਿਆ ਪਹਿਲੇ ਕਿ ਜਿਹੜੀ ਹਾਈ ਵੋਲਟੇਜ 11,000 kV ਦੀਆਂ ਤਾਰਾਂ ਗੁਜ਼ਰੀਆਂ ਨੇ, ਉਹ ਤਾਰਾਂ ਕਿਸੇ ਵੀ ਵੇਲੇ ਕਿਸੇ ਵੀ ਵੱਡੇ ਹਾਦਸੇ ਦਾ ਸਬਬ ਬਣ ਸਕਦੀਆਂ ਨੇ। ਲੇਕਿਨ ਇਸ ਦੇ ਬਾਵਜੂਦ ਨਾ ਹੀ ਕਿਸੇ ਵਾਪਡਾ ਦੀ ਤਵੱਜੋ ਹੈ, ਨਾ ਹੀ ਵਾਸਾ ਦੀ ਤਵੱਜੋ ਹੈ, ਨਾ ਹੀ ਕਿਸੇ ਹੋਰ ਮਹਿਕਮੇ ਦੀ ਤਵੱਜੋ, ਨਾ ਹੀ ਕਿਸੇ ਜ਼ਿਲ੍ਹੇ ਗਵਰਨਮੈਂਟ ਦੀ ਇੱਥੇ ਤਵੱਜੋ ਹੈ ਕਿ ਇੱਥੇ ਅਗਰ ਲੋਕ ਬੈਠੇ 30 ਸਾਲ ਤੋਂ, ਅਗਰ ਮਾਲਕੂਨਾ ਹਕੂਕ ਨਹੀਂ ਵੀ ਹੈ ਨੇ, ਲੇਕਿਨ ਇੱਥੇ ਦੇ ਲੋਕਾਂ ਦੇ ਮੁਤਾਬਕ ਉਹਨਾਂ ਨੂੰ
ਉਹਨਾਂ ਦਾ ਸਟੇ ਲਿੱਤਾ ਹੋਇਆ ਹੈ ਹਾਈ ਕੋਰਟ ਤੋਂ ਵੀ, ਸੈਸ਼ਨ ਕੋਰਟ ਤੋਂ ਵੀ, ਤੇ ਫਿਰ ਮੇਰੇ ਖਿਆਲ ਦੇ ਵਿੱਚ ਗਵਰਨਮੈਂਟ ਨੂੰ ਚਾਹੀਦਾ ਕਿ ਇਹਨਾਂ ਦਾ ਖਿਆਲ ਕਰੇ ਔਰ ਇਹਨਾਂ ਨੂੰ ਸਹੂਲਤਾਂ ਵੀ ਮੁਯੱਸਰ ਕਰੇ। ਇੱਥੇ ਲਵਾਂਗੇ ਸ਼ਾਰਟ ਬ੍ਰੇਕ। ਸਨ ਨਿਊਜ਼ ਨਾਲ ਜੁੜੇ ਰਹੋ। ਵੈਲਕਮ ਬੈਕ। ਨਾਜ਼ਰੀਨ, ਬ੍ਰੇਕ ਤੋਂ ਪਹਿਲਾਂ ਤੁਸੀਂ ਸੱਤੂ ਕਤਲਾ ਡਰੇਨ ਉੱਤੇ ਬਣਾਈ ਗਈ ਗੈਰ ਕਾਨੂੰਨੀ ਬਸਤੀ ਤੇ ਖਸੂਸੀ ਰਿਪੋਰਟ ਵੇਖੀ, ਜਿੰਦੇ 'ਚ ਉੱਥੇ ਦੇ ਰਹਾਇਸ਼ੀਆਂ ਨੇ ਸਨ ਨਿਊਜ਼ ਨੂੰ ਦੱਸਿਆ ਕਿ ਇਹ ਜਗ੍ਹਾ ਉਹਨਾਂ ਨੇ ਸਰਕਾਰੀ ਅਫਸਰਾਂ ਕੋਲੋਂ ਖਰੀਦੀ ਹੈ ਤੇ ਕਿਸੇ ਨੇ ਆਖਿਆ ਕਿ ਉਹਨਾਂ ਨੂੰ ਇੱਥੇ ਕਿਸੇ ਸਰਕਾਰੀ ਅਫਸਰ ਨੇ ਬਿਠਾਇਆ ਹੈ ਤੇ ਕਿਸੇ ਨੇ ਆਖਿਆ ਕਿ ਅਸੀਂ ਪਿਓ ਦਾਦੇ ਦੇ ਜ਼ਮਾਨੇ ਤੋਂ ਇੱਥੇ ਬੈਠੇ ਹਾਂ। ਲੇਕਿਨ ਅਸੀਂ ਜਿਹਨੂੰ ਵੀ ਆਖਿਆ ਕਿ ਉਹ ਸਾਨੂੰ ਇਸ ਜ਼ਮੀਨ ਦੇ ਕਾਗਜ਼ ਪੱਤਰ ਵਿਖਾਵੇ ਤੇ ਕਿਸੇ ਕੋਲ ਵੀ ਨਾ ਤੇ ਕੋਈ ਕਾਗਜ਼ ਪੱਤਰ ਸੀ ਤੇ ਨਾ ਹੀ ਕਿਸੇ ਨੇ ਸਾਨੂੰ ਵਿਖਾਇਆ। ਨਾਜ਼ਰੀਨ, ਇੱਥੇ ਚੰਦ ਸਵਾਲ ਪੈਦਾ ਹੁੰਦੇ ਨੇ। ਕਿਵੇਂ ਮੁਮਕਿਨ ਹੈ ਕਿ ਕੋਈ ਮੂੰਹ ਚੱਕ ਕੇ ਆਏ ਤੇ ਸਰਕਾਰੀ ਜ਼ਮੀਨ ਤੇ ਕਬਜ਼ਾ ਕਰਕੇ ਬਹਿ ਜਾਵੇ? ਜਦੋਂ ਸਰਕਾਰੀ ਜ਼ਮੀਨ ਤੇ ਘਰਾਂ ਦੀ ਤਾਮੀਰ ਹੋਈ, ਕਿਸੇ ਵੀ ਮੁਤਲਕਾ ਸਰਕਾਰੀ ਮਹਿਕਮੇ ਨੂੰ ਪਤਾ ਨਹੀਂ ਚੱਲਿਆ। ਇਹ ਵੀ ਕਿਵੇਂ ਮੁਮਕਿਨ ਹੈ? ਜਦੋਂ ਦੁਕਾਨਾਂ ਦੀ ਤਾਮੀਰ ਹੋਈ ਤੇ ਫਿਰ ਵੀ ਸਰਕਾਰ ਨੂੰ ਪਤਾ ਨਹੀਂ ਚੱਲਿਆ। ਇਹ ਕਿਸ ਤਰ੍ਹਾਂ ਮੁਮਕਿਨ ਹੈ? ਘਰਾਂ 'ਚ ਤੇ ਦੁਕਾਨਾਂ 'ਚ ਬਗੈਰ ਮੀਟਰ ਤੋਂ ਬਿਜਲੀ ਚਾਲੂ ਹੈ, ਕੋਈ ਵੀ ਪੁੱਛਣ ਵਾਲਾ ਨਹੀਂ ਤੇ ਨਾ ਕੋਈ ਜੁਰਤ ਕਰ ਰਿਹਾ ਹੈ। ਡਰੇਨ ਦੇ ਉੱਤੇ ਬਣੇ ਘਰ ਕਿਸੇ ਵੀ ਵੇਲੇ ਕਿਸੇ ਵੀ ਵੱਡੇ ਹਾਦਸੇ ਦਾ ਸਬਬ ਬਣ ਸਕਦੇ ਨੇ। ਸਰਕਾਰ ਵੱਲੋਂ ਕੋਈ ਤਵੱਜੋ ਨਹੀਂ ਦੇ ਰਿਹਾ, ਜਦਕਿ ਮੁਤਲਕਾ ਡਾਇਰੈਕਟਰ ਨਸ਼ਤਰ ਟਾਊਨ ਵਾਸਾ ਦੇ ਖਿਲਾਫ ਮਹਿਕਮਾ ਸਮੇਤ ਮਹਿਕਮਾ ਐਂਟੀ ਕਰਪਸ਼ਨ 'ਚ ਮੁਤਅੱਦਦ ਦਰਖਾਸਤਾਂ ਦਿੱਤੀਆਂ ਗਈਆਂ। ਕਈ ਮਹੀਨੇ ਗੁਜ਼ਰਨ ਦੇ ਬਾਵਜੂਦ ਹਾਲੇ ਤਾਈਂ ਮੌਸੂਫ ਦੇ ਖਿਲਾਫ ਇਨਕੁਆਇਰੀ ਹੀ ਮਾਰਕ ਨਹੀਂ ਹੋ ਸਕੀ। ਡਾਇਰੈਕਟਰ ਨਸ਼ਤਰ ਟਾਊਨ ਸ਼ਮਸ ਅਯੂਬ ਗੁਜ਼ਸ਼ਤਾ 15 ਸਾਲ ਦੇ ਜ਼ਾਇਦ ਅਰਸੇ ਤੋਂ ਇੱਕ ਹੀ ਜਗ੍ਹਾ ਤੇ ਤਾਇਨਾਤ ਕਿਉਂ ਹੈ? ਇਹਦਾ ਜਵਾਬ ਵੀ ਅਸੀਂ ਹੁਕਾਮੇ ਵਾਲਾ ਕੋ ਜ਼ਰੂਰ ਲਵਾਂਗੇ। ਨਾਜ਼ਰੀਨ, ਇਸ ਸਿਲਸਿਲੇ ਦਾ ਅਗਲਾ ਪ੍ਰੋਗਰਾਮ ਜ਼ਰੂਰ ਵੇਖਣਾ, ਕਿਉਂ ਕਿ ਅਸੀਂ ਇਹਨਾਂ ਸਾਰਿਆਂ ਸਵਾਲਾਂ ਦੇ ਜਵਾਬ ਦੇ ਨਾਲ ਨਸ਼ਤਰ ਟਾਊਨ 'ਚ ਮੁਖਤਲਿਫ ਬੇਜ਼ਾਬਤਗੀਆਂ ਤੇ ਕਰਪਸ਼ਨ ਦੇ ਐਸੇ ਇਨਕਸ਼ਾਫਾਤ ਕਰਾਂਗੇ ਕਿ ਜਿੰਦੇ ਤੇ ਅਸੀਂ ਤੇ ਹੈਰਾਨ ਹਾਂ, ਪਰ ਹੁਕਾਮੇ ਵਾਲਾ ਸਮੇਤ ਸਰਕਾਰ ਵੀ ਪਰੇਸ਼ਾਨ ਹੋ ਕੇ ਰਹਿ ਜਾਏਗੀ। ਇਜਾਜ਼ਤ ਦਿਓ, ਆਪਣਾ ਖਿਆਲ रखना। अल्लाह हाफिज़।